ਸਤਿ ਸ੍ਰੀ ਅਕਾਲ ਜੀ। ਮੈਂ ਜਸਪਾਲ ਸਿੰਘ ਤੇ ਸਵਾਗਤ ਹੈ ਸਾਰਿਆਂ ਦਾ ਬ੍ਰੇਨ ਔਨ ਟੀਵੀ ਤੇ। ਦਰਸ਼ਕੋ, ਜਿਵੇਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਈਵਨ ਕਿ ਗੁਰੂ ਕਾਲ ਤੋਂ ਹੀ ਗੁਰਬਾਣੀ ਦਾ ਜਿਹੜਾ ਸਰੂਪ ਸੀ ਜਾਂ ਜਿਹੜਾ ਮੂਲ ਸਰੂਪ ਗੁਰੂ ਸਾਹਿਬ ਨੇ ਬਣਾਇਆ ਸੀ ਆਪਣੇ ਵੱਲੋਂ, ਔਰ ਹਦਾਇਤਾਂ ਵੀ ਸੀ ਕਿ ਇਹਦੇ ਵਿੱਚ ਕੋਈ ਛੇੜਛਾੜ ਨਹੀਂ ਹੋ ਸਕਦੀ, ਪਰ ਉਹਨਾਂ ਸਮਿਆਂ ਦੇ ਵਿੱਚ ਹੀ ਇਹ ਜਿਹੜੀ ਗੁਰਬਾਣੀ ਦੇ ਸਰੂਪ ਦੇ ਨਾਲ ਛੇੜਛਾੜ ਹੋਣੀ ਸ਼ੁਰੂ ਹੋ ਗਈ ਸੀ। ਉਹ ਦਸਤੂਰ ਜਿਹੜਾ ਅੱਜ ਵੀ ਬਾਦ ਦਸਤੂਰ ਜਾਰੀ ਆ। ਬਹੁਤ ਸਾਰੀਆਂ ਸੰਸਥਾਵਾਂ, ਬਹੁਤ ਸਾਰੇ ਅਖੌਤੀ ਧਾਰਮਿਕ ਆਗੂ ਜਿਹੜੇ ਨੇ ਆਪੋ ਆਪਣੀ ਮਰਜ਼ੀ ਦੇ ਨਾਲ ਗੁਰਬਾਣੀ ਦੇ ਗੁਟਕੇ ਛਾਪ ਕੇ ਜਿਹੜਾ ਗੁਰਬਾਣੀ ਦਾ ਮੂਲ ਸਰੂਪ ਸੀ ਗੁਰੂ ਸਾਹਿਬ ਵੱਲੋਂ ਦਿੱਤਾ ਗਿਆ, ਉਸ ਤੋਂ ਮੁਨਕਰ ਹੋ ਰਹੇ ਨੇ। ਸੋ ਇਸੇ ਹੀ ਲੜੀ ਦੇ ਵਿੱਚ ਇੱਕ ਤਬਕਾ ਉਹ ਵੀ ਹੈ ਜਿਹੜਾ ਜਿਨ੍ਹਾਂ ਨੂੰ ਵੱਖਰੀ ਗੱਲ ਕਰਨ ਦਾ, ਇਨਕਲਾਬ ਦਾ ਜਾਂ ਕਹਿ ਲਓ ਕਿ ਮਾਡਰਨ ਪੁਣੇ ਦਾ, ਵਿਗਿਆਨ ਦਾ ਜ਼ਿਆਦਾ ਹੀ ਚਸਕਾ ਚੜ ਚੁੱਕਾ ਹੈ। ਉਹ ਵੀ ਇਸ ਗਰੁੱਪ ਦੇ ਵਿੱਚ, ਇਸ ਗੈਂਗ ਦੇ ਵਿੱਚ ਸ਼ਾਮਲ ਹੋ ਚੁੱਕਾ ਕਿ ਜਿਨ੍ਹਾਂ ਨੇ ਗੁਰਬਾਣੀ ਦੇ ਮੂਲ ਸਰੂਪ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਔਰ ਇਸ ਗੈਂਗ ਦੀ ਇੱਕ ਕੋਝੀ ਹਰਕਤ ਇਹ ਵੀ ਹੈ ਕਿ ਇਹਨਾਂ ਨੇ ਸਭ ਤੋਂ ਜਿਹੜਾ ਹੱਥ ਪਾ ਲਿਆ ਉਹ ਇੱਕ ਓਂਕਾਰ ਨੂੰ ਪਾ ਲਿਆ। ਇੱਕ ਓਂਕਾਰ ਦੇ ਹੱਥ ਕਿਵੇਂ ਪਾ ਲਿਆ ਇਹਨਾਂ ਨੇ ਕਿ ਜਿਹੜਾ ਇੱਕ ਓਂਕਾਰ ਦਾ ਸਰੂਪ ਹੈ, ਮੂਲ ਸਰੂਪ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਗੁਰੂ ਕਾਲ ਤੋਂ ਚੱਲਿਆ ਆ ਰਿਹਾ, ਉਸ ਇੱਕ ਓਂਕਾਰ ਦੇ ਸਰੂਪ ਦੇ ਨਾਲ ਜਿਹੜੀ ਕਾਰ ਲੱਗੀ ਹੋਈ ਹੈ, ਇਹ ਜਿਹੜਾ ਗੈਂਗ ਹੈ, ਭਕਾਈ ਗੈਂਗ ਜਿਹਨੂੰ ਆਪਾਂ ਕਹਿ ਸਕਦੇ, ਜਿਹਨਾਂ ਦਾ ਦਿਨ ਰਾਤ ਭਕਾਈ ਮਾਰਨਾ ਕੰਮ ਬਣ ਚੁੱਕਾ, ਇਹ ਗੈਂਗ ਕਹਿ ਰਿਹਾ ਵੀ ਇੱਕ ਓਂਕਾਰ ਦੇ ਨਾਲ ਜਿਹੜੀ ਕਾਰ ਲੱਗੀ ਹੋਈ ਹੈ, ਇਹ ਕਾਰ ਬਿਲਕੁਲ ਗਲਤ ਲੱਗੀ ਹੈ। ਸੋ ਇਹਦੇ ਉੱਪਰ ਹੀ ਗੱਲ ਕਰਾਂਗੇ ਕਿ ਇਹ ਜਿਹੜੀ ਕਾਰ ਹੈ, ਇਸ ਭਕਾਈ ਗੈਂਗ ਨੇ ਇੱਕ ਨਵਾਂ ਸ਼ੁਰਲੀ ਛੱਡ ਦਿੱਤੀ ਬਾਜ਼ਾਰ ਦੇ ਵਿੱਚ, ਮਾਰਕੀਟ ਦੇ ਵਿੱਚ, ਕਿ ਤਾਂ ਕਿ ਲੋਕਾਂ ਦੇ ਵਿੱਚ ਭੰਬਲ ਭੂਸੇ ਪਏ ਰਹਿਣ। ਸੋ ਇਹਦੇ ਉੱਪਰ ਗੱਲ ਕਰਾਂਗੇ ਕਿ ਕੀ ਇਹਦੇ ਕੋਈ ਇਤਿਹਾਸਕ ਰੈਫਰੈਂਸ ਮਿਲਦੇ ਆ ਪੁਰਾਣੀਆਂ ਬੀੜਾਂ ਦੇ ਵਿੱਚ, ਕੀ ਕੋਈ ਜਿਹੜੀ ਕਾਰ ਲਿਖੀ ਹੋਈ ਆ ਇਹਦਾ ਕੋਈ ਮਤਲਬ ਬਣਦਾ ਆ, ਤਾਂ ਕਿ ਜਿਹੜੇ ਭੰਬਲ ਭੂਸੇ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਲੋਕਾਂ ਨੂੰ ਜਵਾਬ ਸਮੇਂ ਸਿਰ ਦਿੱਤਾ ਜਾਵੇ, ਤਾਂ ਕਿ ਜਿਹੜੀ ਸੰਗਤ ਦੇ ਵਿੱਚ ਕੋਈ ਭੁਲੇਖਾ ਨਾ ਰਹਿ ਜਾਏ। ਕਿਉਂਕਿ ਇਹ ਜਿਹੜੇ ਭੁਲੇਖੇ ਪਾਉਂਦੇ ਨੇ ਨਾ, ਬੜੇ ਅਜੀਬੋ ਗਰੀਬ ਤਰੀਕੇ ਨਾਲ ਪਾਉਂਦੇ ਨੇ ਕਿ ਆਮ ਬੰਦਾ ਉਲਝ ਕੇ ਰਹਿ ਜਾਂਦਾ, ਕਿਉਂਕਿ ਆਮ ਬੰਦੇ ਨੇ, ਆਮ ਲੋਕਾਂ ਨੇ ਪੁਰਾਣੇ ਗ੍ਰੰਥ ਜਾਂ ਉਸ ਤਰੀਕੇ ਨਾਲ ਘੋਖ ਪੜਤਾਲ ਨਹੀਂ ਕੀਤੀ ਹੁੰਦੀ, ਔਰ ਉਹ ਬੰਦੇ, ਆਮ ਲੋਕ ਜਿਹੜੇ ਸ਼ਰਧਾਲੂ ਨੇ, ਇਹਨਾਂ ਦੇ ਚਾਲਾਂ ਦੇ ਵਿੱਚ ਆ ਜਾਂਦੇ ਨੇ ਕਿ ਹਾਂ ਵਾਕਈ ਜਿਹੜੀ ਇੱਕ ਓਂਕਾਰ ਦੇ ਪਿੱਛੇ ਕਾਰ ਲੱਗੀ ਹੋਈ ਹੈ, ਉਹ ਜਿਹੜਾ ਇੱਕ ਓਂਕਾਰ ਦਾ ਮੂਲ ਸਰੂਪ ਹੈ, ਤੁਸੀਂ ਸਕਰੀਨ ਤੇ ਦੇਖ ਵੀ ਰਹੇ ਹੋ ਨਾਲ ਨਾਲ ਜਿਹੜੀ ਕਾਰ ਲੱਗੀ ਹੋਈ ਹੈ ਇਹਦੇ ਨਾਲ, ਇਹ ਕਾਰ ਨੂੰ ਕਹਿੰਦੇ ਨੇ ਕਿ ਇਹਦਾ ਕੋਈ ਮਤਲਬ ਨਹੀਂ ਬਣਦਾ। ਸੋ ਇਸੇ ਇਸ਼ੂ ਦੇ ਉੱਪਰ ਗੱਲ ਕਰਾਂਗੇ। ਇਸ਼ੂ ਬੜਾ ਗੰਭੀਰ ਹੈ ਕਿਉਂਕਿ ਇੱਕ ਓਂਕਾਰ ਤੋਂ ਸਾਡੀ ਜਿਹੜੀ ਗੁਰਬਾਣੀ ਦੀ ਜਾਂ ਸਾਰਾ ਸਿਸਟਮ ਅੱਗੇ ਚੱਲਿਆ, ਗੁਰੂ ਸਾਹਿਬ ਨੇ ਸਾਰੇ ਸਿਸਟਮ ਦੀ ਜਿਹੜੀ ਅਕਾਲ ਪੁਰਖ ਦੀ ਜਾਂ ਸਾਰੇ ਸ੍ਰਿਸ਼ਟੀ ਦੀ ਵਿਆਖਿਆ ਕੀਤੀ, ਉਹ ਇੱਕ ਓਂਕਾਰ ਦੇ ਨਾਲ ਨਾਲ ਹੀ ਚੱਲਦੀ ਰਹੀ ਹੈ। ਸੋ ਉਹਦੇ ਸੰਬੰਧ ਦੇ ਵਿੱਚ ਗੱਲ ਕਰਾਂਗੇ। ਸਾਡੇ ਨਾਲ ਗੱਲ ਕਰਨ ਲਈ ਹੈਗੇ ਨੇ ਭਾਈ ਹਰਦੇਵ ਸਿੰਘ ਜੰਮੂ ਤੋਂ, ਜੋ ਆਪਣੀਆਂ ਟਿੱਪਣੀਆਂ ਬੜੀਆਂ ਦਲੀਲਾਂ ਦੇ ਨਾਲ, ਬੜੇ ਮਿੱਠੇ ਦੇ ਠਰਮੇ ਦੇ ਨਾਲ ਰੱਖਦੇ ਨੇ। ਹਰਦੇਵ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬ੍ਰੇਨ ਔਨ ਟੀਵੀ ਤੇ। ਸਰ, ਮੇਰੀ ਆਵਾਜ਼ ਆ ਰਹੀ ਹੈ ਜੀ? ਤੁਹਾਡੇ ਔਰ ਤੁਹਾਡੇ ਸਾਰੇ ਦਰਸ਼ਕਾਂ ਨੂੰ ਮੇਰੀ ਤਰਫੋਂ ਵਾਹਿਗੁਰੂ ਜੀ। ਹਾਂਜੀ, ਸਭ ਤੋਂ ਪਹਿਲਾਂ ਤੁਹਾਨੂੰ ਔਰ ਤੁਹਾਡੇ ਸਾਰੇ ਦਰਸ਼ਕਾਂ ਨੂੰ ਮੇਰੀ ਤਰਫੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਦੇਵ ਜੀ, ਤੁਸੀਂ ਵਿਸ਼ਾ ਸਮਝ ਚੁੱਕੇ ਹੋ ਕਿ ਵਿਸ਼ਾ ਗੰਭੀਰ ਹੈ, ਔਰ ਜਿਹੜਾ ਭਕਾਈ ਗੈਂਗ ਹੈ ਇਹਦੇ ਵੱਲੋਂ ਇੱਕ ਨਵਾਂ ਹੀ ਸ਼ੁਰਲੀ ਬਾਜ਼ਾਰ ਦੇ ਵਿੱਚ ਛੱਡ ਦਿੱਤੀ ਗਈ ਹੈ ਕਿ ਇੱਕ ਓਂਕਾਰ ਦੇ ਨਾਲ ਜਿਹੜੀ ਕਾਰ ਲੱਗੀ ਹੈ ਉਹ ਵਿਅਰਥ ਲਾ ਦਿੱਤੀ ਗਈ ਹੈ, ਬਾਅਦ ਦੇ ਵਿੱਚੋਂ ਲੱਗੀ ਹੈ। ਤਾਂ ਇਹਦੇ ਬਾਰੇ ਤੁਹਾਡਾ ਕੀ ਮੰਨਣਾ ਹੈ? ਤੁਹਾਡੇ ਕੋਲ ਕੋਈ ਇਤਿਹਾਸਕ ਰੈਫਰੈਂਸ ਹੋਣ ਤਾਂ ਕਿ ਆਪਾਂ ਸੰਗਤ ਦੀ ਕਚਹਿਰੀ ਦੇ ਵਿੱਚ ਇਸ ਭਕਾਈ ਗੈਂਗ ਦਾ ਮੂੰਹ ਬੰਦ ਕਰ ਸਕੀਏ। ਹਾਂ, ਤੁਸੀਂ ਜਿਹੜੀ ਇਹ ਗੱਲ ਕੀਤੀ ਹੈ ਬਈ, ਇਹ ਗੱਲ ਮੈਂ ਵੀ ਨੋਟਿਸ ਕੀਤੀ ਹੈ। ਇੱਕ ਜਿਹੜਾ ਕਿ ਪੂਰੇ ਇੰਟਾਇਰ ਸਿੱਖ ਵਿਰਸੇ ਨੂੰ, ਬੇਵਕੂਫ ਜਾਂ ਅਣਜਾਣ ਸਿੱਧ ਕਰਨ ਵਾਸਤੇ, ਉਹਨਾਂ ਨੂੰ ਬਦਨਾਮ ਕਰਨ ਵਾਸਤੇ ਸਿੱਖ ਵਿਰਸੇ ਨੂੰ ਇਹ ਕਿਹਾ ਜਾ ਰਿਹਾ ਜੀ ਕਿ ਉਹਨਾਂ ਨੂੰ ਤੇ ਅੱਜ ਤੱਕ ਇੱਕ ਓਂਕਾਰ ਦਾ ਉਚਾਰਨ ਕਰਨਾ ਹੀ ਨਹੀਂ ਆਇਆ, ਕਿਉਂਕਿ ਕਾਰ ਜਿਹੜੀ ਹੈ ਉਹ ਫਿਜ਼ੂਲ ਦੀ ਹੈ, ਉਹਦਾ ਤੇ ਉਚਾਰਨ ਬਣਦਾ ਹੀ ਨਹੀਂ ਹੈ, ਔਰ ਇਹਦਾ ਮੂਲ ਉਚਾਰਨ ਬਣਦਾ ਇੱਕ ਓਂਕਾਰ ਜਾਂ ਮੂਲ ਮੰਤਰ ਦੀ ਵਿਆਖਿਆ ਨੂੰ ਲੈ ਕੇ, ਉਹਦੇ ਭਾਵਾਰਥਾਂ ਨੂੰ ਲੈ ਕੇ ਤੇ ਮਤਭੇਦ ਜਾਂ ਆਪਣੇ ਆਪਣੇ ਵਿਚਾਰ ਹੋ ਸਕਦੇ ਨੇ, ਲੇਕਿਨ ਜਿੱਥੋਂ ਤੱਕ ਉਚਾਰਨ ਦਾ ਸੰਬੰਧ ਹੈ ਉਹਦੇ ਵਿੱਚ ਇਹ ਕਿਹਾ ਗਿਆ ਕਿ ਬਈ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਕਾਰ ਜਿਹੜੀ ਹੈ ਫਿਜ਼ੂਲ ਦੀ ਲੱਗੀ ਹੈ, ਇਹਨੂੰ ਏਕੋ ਕਹਿਣਾ ਚਾਹੀਦਾ। ਹੁਣ ਇਹਦੇ ਵਿੱਚ ਮੈਂ ਗੁਰਬਾਣੀ ਤੋਂ ਹੀ ਪਹਿਲਾਂ, ਸਭ ਤੋਂ ਪਹਿਲਾਂ ਤੁਸੀਂ ਬੀੜਾਂ ਦੀ ਵੀ ਗੱਲ ਕੀਤੀ ਹੈ, ਉੱਤੇ ਬਾਅਦ ਹੀ ਚਾਹਨਾ, ਸਭ ਤੋਂ ਪਹਿਲਾਂ ਗੁਰਬਾਣੀ ਦੇ ਰੈਫਰੈਂਸ ਨੂੰ ਲੈਂਦੇ ਹਾਂ, ਗੁਰਬਾਣੀ ਦੀ ਦਲੀਲ ਨੂੰ ਲੈਂਦੇ ਹਾਂ, ਗੁਰਬਾਣੀ ਦੇ ਗਵਾਹੀ ਨੂੰ ਲੈਂਦੇ ਹਾਂ ਜੀ 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 ਕਿ ਉਹਦੇ ਵਿੱਚ ਜਿੱਥੇ ਮਹਾਰਾਜ ਨੇ ਲਿਖਣਾ ਸੀ ਏਕੋ, ਇਹ ਕਹਿੰਦੇ ਨੇ ਇੱਕ ਓਂਕਾਰ ਨੂੰ ਏਕੋ ਪੜ੍ਹਨਾ ਚਾਹੀਦਾ, ਇੱਕ ਓਂਕਾਰ ਨਹੀਂ ਪੜ੍ਹਨਾ ਚਾਹੀਦਾ। ਹੁਣ ਜਿੱਥੇ ਮਹਾਰਾਜ ਨੇ ਲਿਖਣਾ ਸੀ ਏਕੋ, ਉੱਥੇ ਸਪਸ਼ਟ ਸ਼ਬਦਾਂ ਵਿੱਚ ਲਿਖਿਆ ਮਹਾਰਾਜ ਨੇ ਏਕੋ ਹੈ ਬਈ, ਏਕੋ ਹੈ ਸਾਹਿਬ ਮੇਰਾ ਏਕੋ ਹੈ।
ਜੀ ਹੁਣ ਉੱਥੇ ਅਗਰ ਏਕੋ ਦੀ ਜਗ੍ਹਾ ਉੱਥੇ ਵੀ ਇੱਕੋ ਕਾਰ ਲਿਖ ਸਕਦੇ ਸੀ ਜੀ ਏਕਾ ਪਾ ਕੇ ਊੜਾ ਪਾ ਕੇ, ਲੇਕਿਨ ਉੱਥੇ ਨਹੀਂ, ਉੱਥੇ ਈੜੀ ਦੇ ਕੱਕੇ ਨਾਲ ਔਰ ਮਾਤਰਾਵਾਂ ਲਗਾ ਕੇ ਉੱਥੇ ਏਕੋ ਲਿਖਿਆ ਗਿਆ। ਏਕੋ ਹੈ ਬਈ, ਏਕੋ ਹੈ ਸਾਹਿਬ ਮੇਰਾ ਏਕੋ ਹੈ। ਹੁਣ ਆ ਗਿਆ ਕੋਈ ਇਹਨੂੰ ਕਹੇਗਾ ਇੱਕੋ ਜੀ। ਹੁਣ ਇੱਕੋ ਵੀ ਗੁਰਬਾਣੀ 'ਚ ਕਈ ਥਾਂ ਯੂਜ਼ ਹੋਇਆ। ਫੋਰ ਐਗਜ਼ਾਮਪਲ ਹਰ ਇੱਕੋ ਦਾਤਾ ਵਰਤਦਾ ਜੀ, ਇੱਥੇ ਏਕੋ ਨਹੀਂ, ਇੱਥੇ ਇੱਕੋ ਹੈ। ਹੁਣ ਮਹਾਰਾਜ ਨੇ ਜੇ ਏਕੋ ਲਿਖਣਾ ਸੀ ਤੇ ਈੜੀ ਤੇ ਕੱਕੇ ਨਾਲ ਲਿਖਿਆ, ਜੇ ਮਹਾਰਾਜ ਨੇ ਉਚਾਰਿਆ ਇੱਕੋ ਤੇ ਉਹਨੂੰ ਭਾਈ ਗੁਰਦਾਸ ਨੇ ਈੜੀ ਦੇ ਕੱਕੇ ਨਾਲ ਲਿਖਿਆ ਜੀ, ਠੀਕ ਹੈ ਨਾ। ਚਾਹੇ ਏਕੋ ਹੋਏ ਚਾਹੇ ਇੱਕੋ ਹੋਏ, ਉਹ ਗੁਰਬਾਣੀ ਵੀ ਸਾਨੂੰ ਕਈ ਤਰ੍ਹਾਂ ਲਿਖਿਆ ਮਿਲਦਾ, ਲੇਕਿਨ ਇੱਕ ਓਂਕਾਰ ਜਿਹੜਾ ਹੈ ਇਹ ਆਰੰਭਕ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦਾ। ਠੀਕ ਹੈ ਜੀ। ਔਰ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਆਈ ਹੈ, ਇਹ ਮਿਸਚੀਵੀਅਸ ਪਲੇਸ ਵਾਸਤੇ ਹੈ, ਇਹ ਸ਼ਰਾਰਤ ਇਸ ਵਾਸਤੇ ਹੈ ਕਿ ਇੱਕਦਮ ਸਾਹਮਣੇ ਵਾਲੇ ਨੂੰ ਇਹ ਦੱਸਿਆ ਜਾਏ ਕਿ ਬਈ ਸਾਰੇ ਸਿੱਖ ਵਿਰਸੇ ਵਿੱਚ ਹੋਏ ਬੰਦਿਆਂ ਨੂੰ, ਇੰਟਾਇਰ ਸਿੱਖ ਵਿਰਸੇ ਨੂੰ ਸਿੱਖੀ ਦਾ ਕੀ ਪਤਾ, ਉਹਨਾਂ ਨੂੰ ਤਾਂ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਸ਼ਬਦ ਦਾ ਹੀ ਨਹੀਂ ਪਤਾ, ਪਹਿਲੇ ਸ਼ਬਦ ਦੇ ਉਚਾਰਨ ਦਾ ਹੀ ਨਹੀਂ ਪਤਾ। ਬਿਲਕੁਲ ਇਹ ਇੰਪ੍ਰੈਸ਼ਨ ਕਾਸਟ ਕਰਨ ਵਾਸਤੇ ਹੈ, ਇਹ ਇੰਪ੍ਰੈਸ਼ਨ ਕਾਸਟ ਕਰਨ ਵਾਸਤੇ, ਬਦਨਾਮ ਕਰਨ ਵਾਸਤੇ ਔਰ ਆਪਣੇ ਆਪ ਨੂੰ ਵੱਡਾ ਵਿਦਵਾਨ ਸਿੱਧ ਕਰਨ ਵਾਸਤੇ ਜਿਹੜੀ ਇਹ ਤਰਤੀਬ ਔਰ ਤਰਕੀਬ ਜੀ ਔਰ ਇਹ ਜੁਗਤ ਜਿਹਨੂੰ ਅਸੀਂ ਸਾਈਕੋਲੋਜੀਕਲ ਵਾਰਫੇਅਰ ਕਹਿੰਦੇ ਆ, ਮਨੋਵਿਗਿਆਨਿਕ ਰਣਨੀਤੀ ਜੀ, ਇਹ ਉਹਦਾ ਹਿੱਸਾ ਹੈ। ਔਰ ਤੁਸੀਂ ਜਿੱਥੋਂ ਤੱਕ ਹੁਣ ਦੂਸਰਾ ਸਵਾਲ ਸੀ ਇਤਿਹਾਸਿਕ ਪੱਖ, ਜੀ ਹੁਣ ਇਹ ਕਹਿੰਦੇ ਕਿ ਕਾਰ ਕਿਸੇ ਨੇ ਫਿਕਟੀਸ਼ੀਅਸ ਲਾਤੀ ਬਾਅਦ ਵਿੱਚ ਆ ਕੇ, ਇਹ ਵੀ ਕਮੈਂਟਸ ਤੁਸੀਂ ਦੇਖੇ ਉਸ ਗਰੁੱਪ ਦੇ ਲੋਕਾਂ ਦੇ ਕਿ ਜਾਲੀ ਹੈ, ਕਹਿ ਕੇ ਜਾਲੀ ਹੈ। ਤੇ ਉਹਦੇ ਵਿੱਚ ਤੁਸੀਂ ਦੇਖੋ ਪੁਰਾਣੀ ਬੀੜਾਂ, ਜਿਸ ਤਰ੍ਹਾਂ ਕਿ ਤੁਸੀਂ ਸਕਰੀਨ ਤੇ ਦੇਖੋਗੇ ਪੁਰਾਤਨ ਬੀੜਾਂ ਦੇ ਜਿਹੜੇ ਓਰੀਜਨਲ ਚਿੱਤਰ, ਉਹਨਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮਹਾਰਾਜ ਨੇ ਜਾਂ ਗੁਰਬਾਣੀ ਦੀ ਲਿਖਤ ਦੇ ਵਿੱਚ ਕਾਰ ਦਾ ਕਿਸ ਤਰ੍ਹਾਂ ਇਸਤੇਮਾਲ ਕੀਤਾ ਹੈ। ਜੀ ਜੀ ਜੀ। ਹੁਣ ਆ ਗਿਆ ਕਾਰ ਦਾ ਉਚਾਰਨ, ਜੀ ਹੁਣ ਆ ਗਿਆ ਕਾਰ ਦਾ ਉਚਾਰਨ ਜਿਹੜੀ ਕਿ ਦਰਸ਼ਕਾਂ ਨੇ ਸਕਰੀਨ ਤੇ ਦੇਖੀ ਹੈ, ਉਹਦੇ ਵਿੱਚ ਕਾਰ ਦਾ ਉਚਾਰਨ ਆ ਗਿਆ ਕਿ ਇੱਕ ਅਗਰ ਅਸੀਂ ਲਕੀਰ ਨੂੰ ਖਿੱਚਦੇ ਹਾਂ, ਮੰਨ ਲਓ ਇੱਕ ਪੇਪਰ ਦੇ ਉੱਪਰ ਅਸੀਂ ਇੱਕ ਲਕੀਰ ਨੂੰ ਖਿੱਚਦੇ ਹਾਂ ਜੀ, ਉਸ ਲਕੀਰ ਨੂੰ ਖਿੱਚ ਕੇ ਅਸੀਂ ਕਿਸੇ ਨੂੰ ਪੁੱਛੀਏ ਵੀ ਇਹ ਕੀ ਹੈ, ਜੀ ਉਹ ਬੰਦਾ ਕਹੇਗਾ ਇਹ ਲਕੀਰ ਹੈ। ਜਾਂ ਕਿਸੇ ਅੰਗਰੇਜ਼ ਨੂੰ ਪੁੱਛੀਏ ਕਿ ਵਾਟ ਇਜ਼ ਦਿਸ, ਉਹ ਕਹੇਗਾ ਦਿਸ ਇਜ਼ ਅ ਲਾਈਨ। ਹੁਣ ਨਾ ਉੱਥੇ ਲਕੀਰ ਲਿਖਿਆ ਤੇ ਨਾ ਉੱਥੇ ਲਾਈਨ ਲਿਖਿਆ, LINE ਕਿਤੇ ਵੀ ਨਹੀਂ ਲਿਖਿਆ, ਲੇਕਿਨ ਅੰਗਰੇਜ਼ ਨੂੰ ਲਾਈਨ ਕਹੇਗਾ। ਔਰ ਪੰਜਾਬੀ ਚ ਲਕੀਰ ਵੀ ਕਿਤੇ ਨਹੀਂ ਲਿਖਿਆ, ਲੇਕਿਨ ਪੰਜਾਬੀ ਸਮਝਣ ਵਾਲਾ ਅਗਰ ਉਹਨੂੰ ਸਵਾਲ ਕੀਤਾ ਜਾਏ ਉਹ ਕਹੇਗਾ ਕਿ ਲਕੀਰ ਹੈ। ਹੁਣ ਇਸ ਦਾ ਇਦਾਂ ਹੀ ਆ ਗਈ ਕਾਰ, ਪੰਜਾਬੀ ਚ ਲਕੀਰ ਨੂੰ ਕਾਰ ਵੀ ਕਹਿੰਦੇ ਨੇ, ਅਨਪੜ੍ਹ ਬੰਦਾ ਵੀ ਲਕੀਰ ਕਹਿੰਦਾ ਜੀ। ਹਾਂ, ਮਹਾਰਾਜ ਨੇ ਬਾਣੀ ਚ ਲਿਖਿਆ ਦੇ ਕੇ ਚੌਗਾ ਕੱਢੀ ਕਾਰ ਜੀ, ਹੁਣ ਕਾਰ ਹੈ, ਠੀਕ ਹੈ ਨਾ। ਜਿਸ ਤਰ੍ਹਾਂ ਜਪਜੀ ਸਾਹਿਬ ਵਿੱਚ ਵੀ ਆਂਦਾ ਕਿ ਕਾਰ ਨੂੰ ਲਕੀਰ ਵੀ ਕਿਹਾ ਗਿਆ ਔਰ ਕਾਰ ਨੂੰ ਪਰਮਾਤਮਾ ਦੀ ਜਿਹੜਾ ਬ੍ਰਹਮੰਡ ਦਾ ਜਿਹੜੀ ਰਚਨਾ ਉਹਨੂੰ ਵੀ ਕਾਰ ਕਿਹਾ ਗਿਆ। ਨਾਨਕ ਸੱਚੇ ਕੀ ਸਾਚੀ ਕਾਰ, ਠੀਕ ਹੈ। ਹੁਣ ਕਾਰ ਜੇ ਪਈ ਹੈ ਤੇ ਉਹਦਾ ਉਚਾਰਨ ਕਾਰ ਕਰਨਾ ਹੀ ਪਏਗਾ। ਬਿਲਕੁਲ, ਜਿੱਦਾਂ ਲਕੀਰ ਦਾ ਉਚਾਰਨ ਲਕੀਰ ਕਰਨੇ, ਹੁਣ ਲਿਖਿਆ ਤੇ ਕਿਤੇ ਨਹੀਂ ਲਿਖਿਆ। ਔਰ ਇਹਨਾਂ ਦਾ ਬੇਹੂਦਾ ਆਰਗੂਮੈਂਟ ਦੇਖ ਲਓ, ਬੇਹੂਦਾ ਆਰਗੂਮੈਂਟ ਦੇਖ ਲਓ ਵੀ ਕਾਰ ਕਿੱਥੇ ਲਿਖਿਆ ਜੀ। ਹੁਣ ਦੱਖਣੀ ਓਂਕਾਰ ਦੇ ਵਿੱਚ ਓਂਕਾਰ ਲਿਖਿਆ ਜੀ, ਮਹਾਰਾਜ ਨੇ ਬਾਣੀ ਵਿੱਚ ਵੀ ਕਈ ਥਾਂ ਓਂਕਾਰ ਆਇਆ। ਔਰ ਖਾਸ ਤੌਰ ਤੇ ਜਿਹੜਾ ਪਹਿਲਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ, ਇੱਕ ਓਂਕਾਰ, ਉਹਦੀ ਵਿਆਖਿਆ ਭਾਈ ਗੁਰਦਾਸ ਨੇ ਉਚੇਚਾ ਕੀਤੀ ਜੀ। ਉਹਦੇ ਵਿੱਚ ਦੱਸਿਆ ਕਿ ਓਂਕਾਰ ਹੈ ਜੀ। ਹੁਣ ਉਹਨੂੰ ਵੀ ਇਹ ਮੰਨ ਕੇ ਰਾਜੀ ਨਹੀਂ, ਬਈ ਹੁਜਤਬਾਜੀ ਹੈ ਨਾ। ਮਹਾਰਾਜ ਨੇ ਲਿਖਿਆ ਗੁਰਮਤਿ ਸਾਚੀ ਹੁਜਤ ਦੂਰ, ਬਹੁਤ ਸਿਆਣਪ ਲਾਗੇ ਧੂਰ। ਜੀ ਜੀ ਜੀ। ਔਰ ਇਸ ਤੋਂ ਪਹਿਲਾਂ ਜਪਜੀ ਸਾਹਿਬ ਵਿੱਚ ਲਿਖਿਆ ਕਿ ਕਿਵ ਸਚਿਆਰਾ ਹੋਈਏ ਕਿ ਕੁੜੇ ਟੁੱਟੇ ਪਾਲ, ਉਹਦੇ ਉਸ ਪੌੜੀ ਦੇ ਵਿੱਚ ਸਹਿਜ ਸਿਆਣਪਾ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ। ਬਈ ਜਿੰਨੇ ਵੀ ਕਿੰਨੇ ਵੀ ਸਿਆਣੇ ਕਿਉਂ ਨਾ ਹੋ ਜਾਓ, ਕਿੰਨੇ ਵੀ ਤੁਸੀਂ ਫੈਸ਼ਨ ਕਰਕੇ ਪ੍ਰਭਾਵਸ਼ਾਲੀ ਘੋੜੇ ਰੱਥ ਅਰਜਿਤ ਕਰ ਲਓ, ਬਾਗ ਬਗੀਚੇ ਅਰਜਿਤ ਕਰ ਲਓ, ਲੇਕਿਨ ਉਸ ਸਿਆਣਪ ਨਾਲ ਜਿਹੜੀ ਓਰੀਜਨਲ ਵਿਵੇਕ ਹੈ, ਓਰੀਜਨਲ ਵਿਜ਼ਡਮ ਹੈ, ਉਹਦਾ ਕੋਈ ਵਾਸਤਾ ਨਹੀਂ। ਹਰਦੇਵ ਜੀ, ਤਮਾਸ਼ਾ ਜਿਹੜੀ ਕਾਰ ਆ, ਇੱਕ ਓਂਕਾਰ ਦਾ ਜਿਹੜਾ ਮੂਲ ਸਰੂਪ ਆ, ਆਪਾਂ ਦੇਖ ਵੀ ਚੁੱਕੇ ਆ ਕਿ ਪੁਰਾਤਨ ਬੀੜਾਂ ਦੇ ਵਿੱਚ ਵੀ ਹੈਗਾ, ਲਗਾਤਾਰ ਉਹ ਕਾਰ ਲੱਗੀ ਹੋਈ ਹੈ ਨਾਲ, ਇੱਕ ਓਂਕਾਰ ਦੇ ਨਾਲ। ਤਾਂ ਜਿਹੜੀ ਕਾਰ ਆ, ਇਹਦਾ ਮਤਲਬ ਭਾਵ ਜਾਂ ਮਤਲਬ ਕੀ ਬਣਦਾ ਗੁਰੂ, ਜਿਹੜਾ ਸਿੱਖੀ ਸਿਧਾਂਤਾਂ ਦੇ ਮਤਲਬ ਅਕੋਰਡਿੰਗਲੀ ਜਾਂ ਗੁਰਬਾਣੀ ਦੇ ਅਕੋਰਡਿੰਗਲੀ ਕੀ ਲੋੜ ਕੀ ਪੈ ਗਈ ਕਾਰ ਦੀ?
ਦੇਖੋ ਇਹਦਾ ਇੱਕ ਸੌਖਾ ਜਿਹਾ ਭਾਵ ਅਰਥ ਲਿਆ ਜਾਂਦਾ ਨਾ, ਉਹ ਇਹੀ ਲਿਆ ਜਾਂਦਾ ਹੈ ਕਿ ਇੱਕ ਅਕਾਲ ਪੁਰਖ ਜੋ ਇੱਕ ਰਸ ਵਿਆਪਕ ਜੀ। ਕਾਰ ਜਿਹੜੀ ਹੈ ਉਹ ਵਿਆਪਕਤਾ ਔਰ ਉਹਦੀ ਜਿਹੜੀ ਗ੍ਰਿਪ ਹੈ ਜੀ, ਪਰਮਾਤਮਾ ਦੀ ਜਿਹੜੀ ਕੁਦਰਤ ਹੈ ਉਹਦੀ ਗ੍ਰਿਫਤ ਜਿਹਨੂੰ ਅਸੀਂ ਕਹਿੰਦੇ ਆ ਪਕੜ, ਉਹਨੂੰ ਦਰਸਾਉਂਦੀ ਹੈ। ਠੀਕ ਹੈ ਜੀ। ਕਿ ਪੂਰੀ ਸਮਸਤ ਕਾਇਨਾਤ ਦੇ ਉੱਪਰ ਜੀ ਜਿਹੜੀ ਪਰਮਾਤਮਾ ਦੀ ਕੁਦਰਤ ਜਿਹੜੀ ਆ ਉਹ ਉਹਦੀ ਕੁਦਰਤ ਦੇ ਅੰਦਰ ਹੈ ਸਾਰੀ ਕਾਇਨਾਤ। ਹਾਂਜੀ, ਮਤਲਬ ਉਹਦੀ ਗ੍ਰਿਫਤ ਦੇ ਅੰਦਰ, ਉਹਦੀ ਪਕੜ ਦੇ ਅੰਦਰ। ਸੋ ਇਹਦਾ ਅਰਥ ਬਣਦਾ ਉਸ ਰੂਪ ਨਾਲ ਕਿ ਇੱਕ ਅਕਾਲ ਪੁਰਖ ਜੋ ਇੱਕ ਰਸ ਸਰਵ ਵਿਆਪਕ ਜੀ, ਇਹਦਾ ਅਰਥ ਬਣਦਾ। ਔਰ ਇਹ ਚੂੰਕਿ ਹੁਣ ਇੱਕ ਇੰਪ੍ਰੈਸ਼ਨ ਕਾਸਟ ਕਰਨਾ ਨਾ, ਦੇਖੋ ਇੱਕ ਭਾਵਰਥਾਂ ਦਾ ਡਿਫਰੈਂਸ ਆਫ ਓਪੀਨੀਅਨ। ਇੱਕ ਹੈ ਕਿ ਨਹੀਂ ਵੀ ਸਾਹਮਣੇ ਵਾਲੇ ਨੂੰ ਇਹ ਦੱਸਣਾ ਹੈ ਕਿ ਸਿੱਖਾਂ ਨੂੰ ਤੇ ਅੱਜ ਤੱਕ ਇੱਕ ਓਂਕਾਰ ਪੜ੍ਹਨਾ ਹੀ ਨਹੀਂ ਆਇਆ। ਦੇ ਆਰ ਆਲ ਫੂਲਸ। ਉਹ ਅਸੀਂ ਦੱਸ ਰਹੇ ਹਾਂ 2000 ਕੁਝ ਕੁ ਸਾਲਾਂ 2-4 ਸਾਲ ਤੋਂ ਅਸੀਂ ਦੱਸਣ ਲੱਗੇ ਹਾਂ, ਇਹ ਦੱਸਣ ਲੱਗੇ ਆ ਕਿ ਅਸੀਂ ਸਿਆਣੇ ਆ, ਸਾਡੇ ਕੋਲ ਸਿੱਖੋ ਕਿ ਉਚਾਰਨ ਕਿੱਦਾਂ ਕਰਨਾ ਹੈ। ਬਾਕੀ ਜਿਤਨਾ ਇੰਟਾਇਰ ਸਿੱਖ ਵਿਰਸਾ ਹੋਇਆ ਅੱਜ ਤੱਕ ਸਾਡੇ ਤੋਂ ਪਹਿਲਾਂ, ਉਹ ਸਾਰੇ ਮੂਰਖ ਸਨ, ਉਹਨਾਂ ਨੂੰ ਕੁਝ ਪਤਾ ਹੀ ਨਹੀਂ ਸੀ। ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਸ਼ਬਦ ਹੀ ਨਹੀਂ ਪੜ੍ਹ ਸਕੇ ਕਿ ਕਿੱਦਾਂ ਪੜ੍ਹਨਾ, ਤੇ ਉਹ ਸਿੱਖੀ ਤੁਹਾਨੂੰ ਕੀ ਸਮਝਾਣਗੇ? ਸਿੱਖੀ ਤੁਹਾਨੂੰ ਅਸੀਂ ਸਮਝਾਵਾਂਗੇ। ਹਰਦੇਵ ਜੀ, ਪਿਛਲੀ ਇੱਕ ਟੈਕਟਿਸ ਹੈ ਜਿਹਦੇ ਵਿੱਚ ਸਾਹਮਣੇ ਵਾਲੇ ਨੂੰ ਪ੍ਰਭਾਵ। ਇੱਕ ਜਿਹੜੀ ਪਿਛਲੀ ਡਿਬੇਟ ਆਪਾਂ ਕੀਤੀ ਸੀ, ਕੁਝ ਸੱਜਣ ਆਏ ਸੀ ਦਿੱਲੀ ਤੋਂ ਵੀ ਸੀ, ਜਿਨ੍ਹਾਂ ਦਾ ਨਾਮ ਇੱਕ ਭਾਈ ਜਸਪਾਲ ਸਿੰਘ ਹੋਣੀ ਸੀ, ਤਾਂ ਉਹਨਾਂ ਨੇ ਵੀ ਇਸ ਮੁੱਦੇ ਨੂੰ ਉਭਾਰਿਆ ਸੀ ਕਿ ਮੈਂ ਵਿਆਕਰਣ ਦੀ, ਉਹਨਾਂ ਦਾ ਕਹਿਣਾ ਸੀ ਕਿ ਮੈਂ ਵਿਆਕਰਣ ਦੀ ਸਟੱਡੀ ਵੀ ਕਰ ਰਿਹਾ ਔਰ ਮੈਨੂੰ ਸੰਸਕ੍ਰਿਤ ਦੇ ਗ੍ਰੰਥਾਂ ਦੇ ਵਿੱਚੋਂ ਵੀ ਇਹ ਚੀਜ਼ ਨਹੀਂ ਲੱਭੀ। ਤਾਂ ਹੁਣ ਇੱਕ ਤਾਂ ਇਹ ਸਵਾਲ ਇਹ ਆ ਗਿਆ ਕਿ ਜਿਵੇਂ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਵੀ ਉਹਨੂੰ ਪੁਰਾਤਨ ਜਿਹੜੀ ਕਾਰ ਆ ਉਹਨੂੰ ਸੰਸਕ੍ਰਿਤ ਦੇ ਕਿਸੇ ਸ਼ਬਦ ਦੇ ਨਾਲ ਜੋੜਿਆ ਹੋਇਆ ਵੀ ਤਾਂ ਕਿ ਉਹਦੀ ਜਿਹੜੀ ਲਗਾਤਾਰਤਾ, ਜਿਵੇਂ ਤੁਸੀਂ ਕਿਹਾ ਵੀ ਪ੍ਰਮਾਤਮਾ ਇੱਕ ਰਸ ਵਿਆਪਕ ਹੈ ਸਾਰੇ ਪਾਸੇ, ਸਾਰੀ ਸ੍ਰਿਸ਼ਟੀ ਦੇ ਵਿੱਚ। ਤਾਂ ਇਹ ਜਿਹੜੀ ਪੁਰਾਤਨ ਗ੍ਰੰਥਾਂ ਦੇ ਹਵਾਲੇ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਿਹੜਾ ਗੁਰਬਾਣੀ ਦਾ ਆਪਣਾ ਸਰੂਪ ਆ। ਹੁਣ ਮੰਨ ਲਓ ਜਿਵੇਂ ਵਿਆਕਰਣ ਆ, ਗੁਰਬਾਣੀ ਵਿਆਕਰਣ ਆ, ਉਹਦੇ 'ਚ ਜਿਵੇਂ ਜੇ ਰਾਮ ਆਇਆ ਤਾਂ ਰਾਮ ਦੇ ਵੀ 3-4 ਸਰੂਪ ਮਿਲ ਜਾਂਦੇ ਨੇ, ਸਿਹਾਰੀ ਦੇ ਨਾਲ ਵੀ ਮਿਲਦਾ, ਥੱਲੇ ਔਂਕੜ ਲੱਗਿਆ ਵੀ ਮਿਲ ਜਾਂਦਾ, ਮੁਕਤਾ ਵੀ ਮਿਲ ਜਾਂਦਾ ਕਿਸੇ ਮਾਤਰਾ ਤੋਂ ਬਿਨਾਂ ਵੀ। ਤਾਂ ਇੱਕ ਵਿਆਕਰਣ ਗੁਰੂ ਸਾਹਿਬ ਨੇ ਇੱਕ ਆਪਣੀ ਵਿਆਕਰਣ ਪੈਦਾ ਕੀਤੀ ਹੋਈ ਆ, ਤਾਂ ਇਹ ਹੋਰ ਕਿਸੇ ਗ੍ਰੰਥ ਦੇ ਵਿੱਚ ਸ਼ਾਇਦ ਨਾ ਮਿਲੇ। ਸੋ ਹੁਣ ਗੁਰਬਾਣੀ ਨੂੰ ਇਸ ਤਰੀਕੇ ਨਾਲ ਕੰਪੇਅਰ ਕਰਨਾ ਕਿ ਗੁਰਬਾਣੀ ਦੀ ਵਿਆਖਿਆ ਕਰਨ ਵਾਸਤੇ ਸਾਨੂੰ ਕੁਝ ਚੀਜ਼ਾਂ ਲਈ ਪੁਰਾਣੇ ਹੋਰ ਧਰਮਾਂ ਦੇ ਗ੍ਰੰਥ ਵੀ ਲੈਣੇ ਪੈਣਗੇ, ਤਾਂ ਇਹ ਕਿੰਨੀ ਕੁ ਵਾਜਬ ਗੱਲ ਜਾਪਦੀ ਹੈ ਤੁਹਾਨੂੰ? ਦੇਖੋ, ਗੱਲ ਇਹ ਹੈ ਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਜਿਸ ਤਰ੍ਹਾਂ ਕਿ ਕਿਸੇ ਸ਼ਬਦ ਨੂੰ ਅਗਰ ਗੁਰੂ ਗ੍ਰੰਥ ਸਾਹਿਬ ਵਿੱਚ ਯੂਜ਼ ਕੀਤਾ ਗਿਆ ਜੀ, ਮੰਨ ਲਓ ਜਪਜੀ ਸਾਹਿਬ ਵਿੱਚ ਯੂਜ਼ ਕੀਤਾ ਗਿਆ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ। ਹੁਣ ਅਗਰ ਅਸੀਂ ਇਸ ਗੱਲ ਨੂੰ ਸਮਝਣਾ ਤੇ ਸਾਨੂੰ ਨੈਚੁਰਲੀ ਜਿਸ ਓਰੀਜਨਲ ਗ੍ਰੰਥ ਤੋਂ ਰੈਫਰੈਂਸ ਆਏ ਨੇ ਕਿ ਸੰਸਾਰੀ ਕੌਣ ਹੈ, ਭੰਡਾਰੀ ਕੌਣ ਹੈ, ਦੀਵਾਨ ਲਾਉਣ ਵਾਲਾ ਕੌਣ ਹੈ, ਮਹਾਰਾਜ ਕੀ ਦੀ ਗੱਲ ਕਰ ਰਹੇ, ਤੇ ਸਾਨੂੰ ਉਹਦੇ ਪਿਛੋਕੜ ਉਹਨਾਂ ਗ੍ਰੰਥਾਂ ਦੇ ਵਿੱਚ ਜਾਣਾ ਪਏਗਾ, ਉਹਨਾਂ ਨੂੰ ਪੜ੍ਹਨਾ ਪਏਗਾ। ਕਿਸੇ ਵੀ ਇੱਕ ਸੀਰੀਅਸ ਸਟੂਡੈਂਟ ਨੂੰ, ਪ੍ਰੋਫੈਸਰ ਸਾਹਿਬ ਸਿੰਘ ਹੋਣ ਜਾਂ ਭਾਈ ਕਾਨ ਸਿੰਘ ਨਾਭਾ ਹੋਣ ਜਾਂ ਹੋਰ ਬੰਦੇ ਹੋਣ ਪੁਰਾਣੇ, ਉਹਨਾਂ ਨੇ ਉਹ ਸਾਰੀ ਸਟੱਡੀ ਕੀਤੀ ਹੈ ਵੀ ਇਹ ਸ਼ਬਦਾਂ ਦੀ ਮੀਨਿੰਗ ਹੈ ਕਿ ਨਾ ਆਏ ਕਿੱਥੋਂ। ਠੀਕ ਹੈ ਨਾ। ਦੂਸਰੀ ਗੱਲ ਇਹ ਹੈ ਕਿ ਇਹਦੇ ਇੱਕ ਓਂਕਾਰ ਦੇ ਬਾਰੇ ਚ ਮੈਂ ਤੁਹਾਨੂੰ ਇੱਕ ਗੱਲ ਇਹ ਕਹਿਣਾ ਸਪਸ਼ਟ ਕਰਨਾ ਚਾਹੁੰਦਾ, ਜਿਹੜੀ ਸ਼ਾਇਦ ਦਰਸ਼ਕਾਂ ਵਾਸਤੇ ਵੀ ਲਾਹੇਵੰਦ ਹੋਏਗੀ, ਕਿ ਬੁੱਧ ਮਤ ਅੱਜ ਤੋਂ 325 BC ਦੇ ਵਿੱਚ ਬੁੱਧ ਮਤ ਦੇ ਪ੍ਰਚਾਰ ਔਰ ਪ੍ਰਸਾਰ ਲਈ ਮਹਾਰਾਜਾ ਅਸ਼ੋਕ ਨੇ ਕੁਝ ਐਡਿਕਟਸ ਜਿਹੜੇ ਨੇ ਸ਼ੀਲਾ ਲੇਖ ਉਹ ਐਸਟੈਬਲਿਸ਼ ਕੀਤੇ ਸੀ। ਠੀਕ ਹੈ ਜੀ। ਔਰ ਜਿਹੜਾ ਰੋਮਨ ਬਾਈਲਿੰਗੁਅਲ ਐਡਿਕਟ ਹੈ ਉਹਦੇ ਵਿੱਚ ਜਿਹੜੇ ਪ੍ਰਕਿਰਤੀ ਔਰ ਖਰੋਸ਼ਤੀ ਦੇ ਰੂਪ ਵਿੱਚ ਜਿਹੜੇ ਅਸੀਂ ਦੇਖਨੇ ਆ ਕਿ ਧੰਮਾ ਇੱਕ ਸ਼ਬਦ ਹੈ ਬੁੱਧ ਮਤ ਦੇ ਵਿੱਚ ਜਿਹੜਾ ਕਾਸਮਿਕ ਆਰਡਰ ਨੂੰ ਰੈਫਰ ਕਰਦਾ। ਉਹ ਧੰਮਾ ਸ਼ਬਦ ਜਿਹੜਾ ਉਹ ਬਾਈਲਿੰਗੁਅਲ ਸਟਾਈਲ ਨਾਲ ਜਿਹੜੇ ਉਸ ਰੋਮਨ ਬਾਈਲਿੰਗੁਅਲ ਐਡਿਕਟ ਦੇ ਉੱਪਰ ਲਿਖਿਆ ਗਿਆ, ਤੇ ਉਹਦੇ ਉੱਪਰ ਲਿਖਿਆ ਗਿਆ ਅਗਰ ਉਹਨੂੰ ਅਸੀਂ ਆਪਣੀ ਜ਼ੁਬਾਨ ਨਾਲ ਪੜ੍ਹਨ ਦੀ ਕੋਸ਼ਿਸ਼ ਕਰੀਏ ਆਪਣੇ ਅੰਦਾਜ਼ ਨਾਲ ਜੋ ਸਾਡੀ ਸਮਝ ਹੈ, ਉੱਥੇ ਤੁਹਾਨੂੰ ਮਿਲੇਗਾ D.4 ਪੰਜਾਬੀ ਦਾ 4 ਫੌਂਟ ਵਿੱਚ, ਦਰਸ਼ਕ ਸਕਰੀਨ ਤੇ ਦੇਖ ਸਕਦੇ। ਹੁਣ ਇਹਦਾ ਜਿਹੜਾ ਅਰਥ ਹੈ, ਇਹਦਾ ਜਿਹੜਾ ਮੀਨਿੰਗ ਹੈ, ਇਹਦੀ ਜਿਹੜੀ ਪ੍ਰੋਨਾਂਸੀਏਸ਼ਨ ਹੈ ਖਰੋਸ਼ਤੀ ਦੇ ਵਿੱਚ ਉਹ ਹੈ ਧੰਮਾ। ਠੀਕ ਹੈ ਜੀ। ਹੁਣ ਕੋਈ ਬੰਦਾ ਕਹੇਗਾ ਵੀ ਇਹ ਤੇ D ਤੇ 4 ਲਿਖਿਆ ਪੰਜਾਬੀ ਦੇ ਵਿੱਚ, ਇਹ ਧੰਮਾ ਕਿੱਦਾਂ ਹੋ ਗਿਆ? ਸੋ ਜਿਹਨੇ ਯੂਜ਼ ਕੀਤਾ ਜੀ, ਇਹ ਉਹਨੂੰ ਪਤਾ ਹੈ ਬਈ ਕਿਸ ਇੰਟੈਂਸ਼ਨ ਨਾਲ ਉਹ ਕਿਸ ਤਰੀਕੇ ਨਾਲ ਉਹ ਕਿਸ ਸਿਸਟਮ ਦੇ ਅੰਦਰ ਉਹਨੂੰ ਯੂਜ਼ ਕਰ ਰਿਹਾ। ਤਾਂ ਗੁਰੂ ਮਹਾਰਾਜ ਨੇ ਜਿਹੜੇ ਗੁਰਬਾਣੀ ਦਾ ਆਰੰਭ ਕੀਤਾ ਹੈ
ਜੀ ਆਪਣਾ ਮੁਖਾਰ ਬਿਨ ਤੋਂ ਜਿਹੜੇ ਬਾਣੀ ਦਾ ਉਚਾਰਨ ਆਰੰਭ ਕੀਤਾ, ਉਹਨਾਂ ਨੇ ਜਿਹੜਾ ਪਹਿਲਾ ਸ਼ਬਦ ਉਚਾਰਿਆ ਇੱਕ ਓਂਕਾਰ ਜੀ, ਇੱਕ, ਔਰ ਉਹਨੂੰ ਜਿਸ ਤਰੀਕੇ ਨਾਲ ਲਿਖਿਆ ਉਹਦੇ ਵਿੱਚ ਕਾਰ ਦਾ ਇਸਤੇਮਾਲ ਕੀਤਾ, ਸੋ ਇਹ ਉਹਨਾਂ ਦਾ ਇੱਕ ਸੰਕੇਤ ਹੈ। ਇਹ ਉਹਨਾਂ ਦਾ ਉਸ ਪਰਮਾਤਮਾ ਦੀ ਇੱਕ ਰਸ, ਇੱਕ ਵਿਆਪਕ ਹਸਤੀ, ਇੱਕੋ ਇੱਕ ਪਰਮਾਤਮਾ ਦਾ ਸੰਕੇਤ ਹੈ। ਠੀਕ ਹੈ, ਉਹਦੀ ਗ੍ਰਿਫਤ ਦਾ ਸੰਕੇਤ ਹੈ, ਉਹਦੀ ਕੁਦਰਤ ਦਾ ਸੰਕੇਤ ਹੈ। ਕੁਦਰਤ ਮੀਨ ਗ੍ਰਿਫਤ, ਪਕੜ, ਕਿਉਂਕਿ ਇਹ ਜਿਹੜੇ ਸੱਜਣ ਨੇ ਇਹਨਾਂ ਨੂੰ ਕੁਦਰਤ ਦੇ ਮੀਨਿੰਗ ਦਾ ਵੀ ਪੂਰਾ ਨਹੀਂ ਪਤਾ। ਇਹ ਕੁਦਰਤ ਦਾ ਇੱਕ ਮੀਨਿੰਗ ਚੁੱਕ ਕੇ ਤੇ ਸ਼ੁਰੂ ਹੋ ਜਾਂਦੇ ਨੇ ਕਿ ਇਹ ਨੇਚਰ, ਫੁੱਲ, ਪੱਤੀਆਂ, ਬੂਟੇ, ਇਹ ਬਸ ਕੁਦਰਤ ਹੈ। ਸੋ ਇਸ ਕਰਕੇ ਜੀ ਇਹ ਜਿਹੜਾ ਸਿਸਟਮ ਹੈ, ਜਿਹੜਾ ਇਹ ਤਰੀਕਾਕਾਰ ਹੈ ਚੀਜ਼ਾਂ ਨੂੰ ਪੜ੍ਹਨ ਦਾ ਔਰ ਸਮਝਣ ਦਾ, ਇਹਦੇ ਵਿੱਚ ਇੱਕ ਅਨਪੜ੍ਹਤਾ ਔਰ ਜਾਹਿਲਤਾ ਦੇ ਨਾਲ ਜੀ ਇੱਕ ਡਿਸਪਿਊਟ ਖੜਾ ਕਰਨਾ ਔਰ ਅਨਨੈਸੈਸਰੀ, ਅਸੀਂ ਇਸ ਵਾਸਤੇ ਇਹਨਾਂ ਗੱਲਾਂ ਦੀ ਕੋਈ ਲੋੜ ਨਹੀਂ, ਖਾਸ ਲੋੜ ਨਹੀਂ ਹੈ। ਇਹ ਕਿੱਥੇ ਲੋੜ ਹੈ? ਕਿਉਂਕਿ ਜਿਸ ਔਰੇ ਦੇ ਵਿੱਚ ਇਹ ਗੱਲਾਂ ਕਰ ਰਹੇ ਨੇ, ਜਿਸ ਪਲੇਟਫਾਰਮ ਤੇ, ਉਸ ਪਲੇਟਫਾਰਮ ਦੇ ਵਿੱਚ ਨੂੰ ਐਡਰੈਸ ਕਰਨ ਵਾਸਤੇ ਸਾਨੂੰ ਇਹ ਗੱਲਾਂ ਮਜਬੂਰੀ ਵਸ਼ ਕਰਨੀਆਂ ਪੈਂਦੀਆਂ ਨੇ, ਜਿਸ ਤਰ੍ਹਾਂ ਤੁਹਾਨੂੰ ਕਰਨਾ ਪਿਆ ਔਰ ਅਸੀਂ ਇਹ ਡਿਸਕਸ ਕਰ ਰਹੇ ਹਾਂ। ਅਦਰਵਾਈਜ਼ ਕੋਈ ਇਹਨਾਂ ਨੂੰ ਬੋਦਰ ਨਹੀਂ ਕਰਦਾ। ਔਰ ਗ੍ਰੈਜੂਅਲੀ ਇਹ ਚੀਜ਼ ਸਾਹਮਣੇ ਆ ਰਹੀ ਹੈ, ਜਿਹਨਾਂ ਨੂੰ ਸਮਝ ਵਿੱਚ ਆ ਰਹੀ ਹੈ ਕਿ ਇਹ ਸਾਰੇ ਹੁਜਤਬਾਜ਼ ਨੇ, ਇਹ ਸਾਰੀ ਹੁਜਤਬਾਜ਼ੀ ਚੱਲ ਰਹੀ ਹੈ। ਇਹ ਕੋਈ ਸੀਰੀਅਸਨੈਸ ਨਾਲ ਕਿਸੇ ਚੀਜ਼ ਨੂੰ ਡਿਸਕਸ ਕਰਨ ਦੀ ਇਹਨਾਂ ਦੇ ਵਿੱਚ ਕੋਈ ਤੌਰ ਨਹੀਂ ਹੈ। ਔਰ ਦੇ ਆਰ ਆਲਵੇਜ਼ ਔਨ ਬੈਕ ਫੁੱਟ। ਜਿਸ ਲਈ ਵੀ ਕਿਸੇ ਸੀਰੀਅਸ ਡਿਬੇਟ ਵਾਸਤੇ ਇਹਨਾਂ ਨੂੰ ਇਹ ਭੱਜ ਜਾਂਦੇ ਨੇ, ਔਰ ਭੱਜ ਕੇ ਫਿਰ ਕਰਦੇ ਕਿ ਦੇ ਆਰ ਆਲਵੇਜ਼ ਬੈਕ ਟੂ ਵਾਟ ਦੇ ਆਰ ਬੈਸਟ ਐਟ। ਇਹ ਹਮੇਸ਼ਾ ਉਸੇ ਗੱਲ ਦੇ ਪਰ ਵਾਪਸ ਆਣਗੇ ਜਿਹਦੇ ਵਿੱਚ ਇਹ ਬੈਸਟ ਨੇ। ਔਰ ਇਹ ਬੈਸਟ ਕਿਹਦੇ ਵਿੱਚ ਨੇ? ਹੁਜਤਬਾਜ਼ੀ ਵਿੱਚ, ਗਾਲੀ ਗਲੋਚ ਵਿੱਚ, ਬਦਤਮੀਜ਼ੀ ਵਿੱਚ ਔਰ ਭੱਜਣ ਵਿੱਚ। ਸਹੀ ਗੱਲ ਹੈ। ਇਹ ਉਹਦੇ ਚ ਬੈਸਟ ਨੇ, ਔਰ ਉਹੀ ਬੈਸਟ ਜਿਹਦੇ ਚ ਬੰਦਾ ਬੈਸਟ ਹੋਏ ਉਹਨੇ ਉਹੀ ਕੰਮ ਕਰਨਾ ਹੁੰਦਾ ਜੀ। ਸਰ ਇੱਕ ਤਾਂ ਚਲੋ ਜਿਵੇਂ ਤੁਸੀਂ ਬੀੜਾਂ ਦੇ ਆਪਾਂ ਦਰਸ਼ਨ ਕੀਤੇ, ਪੁਰਾਤਨ ਰੈਫਰੈਂਸ ਤੁਸੀਂ ਦਿਖਾਏ, ਸਾਰੀ ਸੰਗਤ ਨੇ ਸਕਰੀਨ ਤੇ ਦੇਖ ਲਿਓ ਇੱਕ ਓਂਕਾਰ ਦਾ ਜਿਹੜਾ ਮੂਲ ਸਰੂਪ ਸੀ। ਇਸ ਤੋਂ ਇਲਾਵਾ ਜਿਵੇਂ ਹੁਣ ਭਾਈ ਗੁਰਦਾਸ ਜੀ ਹੋਣੀ ਸੀ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਬਾਣੀ ਦਰਜ ਕਰਵਾਈ ਗੁਰੂ ਅਰਜਨ ਸਾਹਿਬ ਜੀ ਨੇ, ਉਹਦੇ ਨਾਲ ਨਾਲ ਉਹਨਾਂ ਨੇ ਲਿਖਣ ਦੀ ਸੇਵਾ ਕੀਤੀ, ਬੜੀ ਵੱਡੀ ਸੇਵਾ ਸੀ। ਤਾਂ ਭਾਈ ਗੁਰਦਾਸ ਜੀ ਦੀਆਂ ਲਿਖਤਾਂ ਦੇ ਵਿੱਚੋਂ ਕੁਝ ਇਸ ਕਿਸਮ ਦਾ ਇੱਕ ਓਂਕਾਰ ਸੰਬੰਧੀ ਕੋਈ ਰੈਫਰੈਂਸ ਮਿਲਦਾ, ਉਹਦੇ ਉਚਾਰਨ ਨਾਲ ਸੰਬੰਧਿਤ ਜਾਂ ਕਾਰ ਦੇ ਨਾਲ ਸੰਬੰਧਿਤ? ਹਾਂ ਮਿਲਦਾ, ਬਿਲਕੁਲ ਮਿਲਦਾ। ਤੁਸੀਂ ਭਾਈ ਗੁਰਦਾਸ ਜੀ 12 ਦੇਖੋ, ਉਹਨਾਂ ਵਿੱਚ ਬਕਾਇਦਾ ਉਹਨਾਂ ਨੇ ਇੱਕ ਓਂਕਾਰ ਦੇ ਸਰੂਪ ਦਾ ਉਚਾਰਨ ਕੀਤਾ। ਔਰ ਦੂਸਰੀ ਮੈਂ ਇੱਕ ਆਸਾਨ ਜੀ ਗੱਲ ਦੱਸਣਾ ਦਰਸ਼ਕਾਂ ਨੂੰ, ਬਈ ਸੌਖੇ ਤਰੀਕੇ ਨਾਲ ਅਸੀਂ ਸਮਝੀਏ। ਮੰਨ ਲਓ ਇੱਕ ਗਣਿਤ ਦਾ ਅੰਕ ਹੈ 7। ਹੁਣ ਗਣਿਤ ਦੇ ਅੰਕ ਕਈ 10 ਤੱਕ ਅੰਕ ਹਨ ਉਹਦੇ, ਤੋਂ ਮੰਨ ਲਓ ਉਹਦੇ ਚੋਂ ਅਸੀਂ 7 ਨੂੰ ਲੈਂਦੇ ਹਾਂ। 7 ਜੀ, ਹੁਣ 7 ਲਿਖਿਆ, ਅਸੀਂ ਪੜ੍ਹਨੇ ਉਹਨੂੰ 7। ਬਈ ਕਿਆ 7 ਨੂੰ ਪੜ੍ਹਨ ਵਾਸਤੇ ਕਿਆ ਉੱਥੇ ਕੋਈ ਲਿਪੀ ਦਾ ਇਸਤੇਮਾਲ ਕੀਤਾ ਗਿਆ? ਉਹ ਸਿੰਪਲ 7 ਹੈ, ਲੇਕਿਨ ਆਪਾਂ ਉਹਨੂੰ 7 ਪੜ੍ਹਨੇ ਆ। ਨਾ ਸੱਤਾ ਲੱਗਿਆ ਨਾ ਤੱਤਾ ਲੱਗਾ, ਉੱਥੇ ਨਾ ਸੱਸਾ ਹੈ ਨਾ ਤੱਤਾ, ਪਰ ਆਪਾਂ 7 ਪੜ੍ਹਨੇ ਆ, ਹੱਥ ਲਾ ਕੇ ਪੜ੍ਹਨੇ ਆ। ਕਿਉਂ ਪੜ੍ਹਨੇ ਆ? ਕਿਉਂਕਿ ਉਹਦਾ ਉਚਾਰਨ ਹੈ। ਹੁਣ ਇੱਕ ਕੁਐਸਚਨ ਕੋਈ ਉਠਾ ਦੇ ਬਈ ਇਹਨੂੰ 7 ਕਿਉਂ ਕਹਿਣਾ? ਇਹ ਜਾਲੀ ਹੈ, ਇਹਨੂੰ 7 ਕਹਿਣਾ ਜਾਲੀ ਹੈ, ਇਹਨੂੰ ਕੱਦੂ ਕਹਿਣਾ ਚਾਹੀਦਾ, ਜਾਂ ਇਹਨੂੰ ਤੇਸਾ ਕਹਿਣਾ ਚਾਹੀਦਾ, ਕਿਉਂਕਿ ਤੇਸੇ ਵਰਗਾ ਲੱਭਦਾ। ਸੋ ਇਹ ਜਿਹੜੇ ਵਰਡ ਨੇ, ਚਾਹੇ ਇੱਕ ਸ਼ਬਦ ਹੋਏ, 2 ਹੋਏ, 3 ਹੋਏ, 4 ਹੋਏ, ਇਹਦੇ ਉਚਾਰਨ ਤੇ ਅਸੀਂ ਕੀਤੇ ਨਾ। ਬਿਲਕੁਲ, ਇਹ ਸਾਡੀ ਨਸਲੇ ਇਨਸਾਨੀ ਦੀ ਪ੍ਰੋਗਰੈਸ ਦੇ ਅੰਦਰ ਇਹ ਉਚਾਰਨ ਆਏ। ਪੰਜਾਬੀ ਦੇ ਵੀ ਜਿਹੜੇ ਅਲਫਾਬੈਟਸ ਨੇ, ਊੜਾ ਐੜਾ ਈੜੀ ਸੱਸਾ ਜਿਵੇਂ ਪੜ੍ਹਦੇ, ਉੱਥੇ ਊੜਾ ਕੱਲਾ ਔਂਕੜ ਊੜਾ ਬਣਿਆ ਹੋਇਆ, ਈੜੀ ਬਣੀ ਹੋਈ ਆ, ਉੱਥੇ ਈੜੀ ਲਿਖਿਆ ਥੋੜੀ ਆ। ਚਲੋ ਅਸੀਂ ਲੈਂਗੁਏਜ ਦੀ ਲਿਪੀ ਨੂੰ ਅਗਰ ਇੱਕ ਸਾਈਡ ਤੇ ਵੀ ਰੱਖੀਏ, ਤੇ ਜਿਹੜੇ ਸਾਡੇ ਸਾਹਮਣੇ ਇਸ਼ਾਰੇ ਨੇ, ਮੀਨ ਉਹ ਹੈ 3 ਹੈ, ਇਹਦੇ ਵਿੱਚ ਕਿਤੇ ਵੀ ਲਿਪੀ ਦਾ ਇਸਤੇਮਾਲ ਨਹੀਂ ਹੈ ਜੀ, ਬਟ ਅਸੀਂ ਉਹਨੂੰ ਉਚਾਰਦੇ ਹਾਂ। ਇਸ ਤਰ੍ਹਾਂ ਹੀ ਅਸੀਂ ਕਾਰ ਨੂੰ ਉਚਾਰਦੇ ਹਾਂ, ਇੱਕ ਓਂਕਾਰ। ਔਰ ਕਾਰ ਦਾ ਰੈਫਰੈਂਸ ਜਿਹੜਾ ਹੈ, ਉਹ ਮੈਂ ਜਿਸ ਤਰ੍ਹਾਂ ਕਿ ਦੱਸਿਆ ਕਿ ਉਹ ਕਾਇਨਾਤ ਦੇ ਉੱਪਰ ਇੱਕ ਸਰਵ ਵਿਆਪਕ ਪਰਮਾਤਮਾ ਦੀ ਕੁਦਰਤ, ਉਹਦੀ ਗ੍ਰਿਫਤ ਨੂੰ ਇੰਡੀਕੇਟ ਕਰਦਾ। ਅਗਰ ਇਹਦੇ ਵਿੱਚ ਉਹਨਾਂ ਨੂੰ ਕੋਈ ਇਤਰਾਜ਼ ਹੈ, ਇਹਦੇ ਵਿੱਚ ਕੋਈ ਡਿਬੇਟ ਕਿਸੇ ਨੇ ਕਰਨੀ ਹੈ, ਤੂੰ ਸਾਹਮਣੇ ਆ ਕੇ ਕਰ ਸਕਦਾ। ਲੇਕਿਨ ਇਹ ਹੁਜਤਬਾਜ਼ੀ ਕਰਨੀ ਕਿ ਕਾਰ ਜਾਲੀ ਪਾ ਗਿਆ ਕੋਈ, ਜਦਕਿ ਸਾਰੀ ਪੁਰਾਤਨ ਬੀੜਾਂ ਦੇ ਵਿੱਚ ਅਸੀਂ ਦੇਖਿਆ ਕਿ ਕਾਰ ਪਈ ਹੈ। ਇਹ ਕੋਈ ਰੀਸੈਂਟ ਡਿਵੈਲਪਮੈਂਟ ਨਹੀਂ ਹੈ।
ਔਰ ਉਹ ਬੀੜਾਂ ਕਿਹੜੀਆਂ ਨਾ, ਉਹ ਬੀੜਾਂ ਜਿਹੜੀਆਂ ਨਾ ਉਹ ਗੁਰੂ ਮਹਾਰਾਜ ਦੇ ਜਿਹੜੇ ਜਿਹਨਾਂ ਨੂੰ ਅਸੀਂ ਗੁਰੂ ਮਹਾਰਾਜ ਦੇ ਦਸਤਖਤੀ ਪੱਤਰੇ ਕਹਿੰਦੇ ਆ। ਹਾਂਜੀ ਹਾਂਜੀ ਉਹਨਾਂ ਪੱਤਰਾਂ ਦੇ ਉੱਪਰ ਵੀ ਰੈਫਰੈਂਸ ਇੱਕੋ ਕਾਰ ਦੀ ਕਾਰ ਜਿਹੜੀ ਹੈ ਲੰਬੀ ਖਿੱਚੀ ਗਈ। ਠੀਕ ਹੈ ਨਾ। ਔਰ ਇਹ ਜਿਹਨਾਂ ਨੂੰ ਅਸੀਂ ਨਿਸ਼ਾਨ ਕਹਿੰਦੇ ਆ, ਸਾਰੀ ਗੁਰੂ ਸਾਹਿਬ ਦੇ ਨਿਸ਼ਾਨ ਕਹਿੰਦੇ ਆ ਪੁਰਾਤਨ ਬੀੜਾਂ ਦੇ ਵਿੱਚ, ਉਹਨਾਂ ਦੇ ਵਿੱਚ ਇਹ ਜਿਹੜੀ ਕਾਰ ਖਿੱਚੀ ਗਈ ਹੈ। ਇਹ ਕਹਿੰਦੇ ਜੀ ਕਾਰ ਕਿਸੇ ਨੇ ਹੁਣ ਪਾਤੀ ਹੈ। ਐਸੇ ਕਮੈਂਟਸ ਵੀ ਪੜਨ ਨੂੰ ਸੁਣਨ ਨੂੰ ਮਿਲਦੇ ਨੇ ਸੋਸ਼ਲ ਮੀਡੀਆ ਤੇ, ਤੁਸੀਂ ਦੇਖੇ ਹੀ ਹੋਣੇ, ਆਪ ਹੀ ਦੇਖੇ ਹੋਣੇ। ਬਹੁਤ ਨੇ ਕਿ ਅੱਜ ਕੱਲ ਕਰ ਰਹੇ ਨੇ, ਫੈਸ਼ਨ ਬਣ ਗਿਆ ਇਹਨਾਂ ਲੋਕਾਂ ਲਈ। ਸਰ ਇੱਕ ਸਵਾਲ ਆ, ਮੰਨ ਲਓ ਕੋਈ ਬੰਦਾ ਨਵਾਂ ਕੰਮ ਸ਼ੁਰੂ ਕਰਦਾ ਹੈ, ਮੰਨ ਲਓ ਕਿਸੇ ਨੇ ਬਿਜ਼ਨਸ ਸ਼ੁਰੂ ਕੀਤਾ ਜਾਂ ਕੋਈ ਘਰ ਬਣਾਇਆ ਜਾਂ ਕੋਈ ਵੀ ਕੰਮ ਸ਼ੁਰੂ ਕੀਤਾ, ਉਹਦੀ ਸਟਾਰਟਿੰਗ ਵਿੱਚ ਬੰਦਾ ਅਰਦਾਸ ਕਰਦਾ ਹੈ, ਐਂਡ ਦੇ ਵਿੱਚ ਵੀ ਬੰਦਾ ਚਲੋ ਅਰਦਾਸ ਕਰਦਾ ਹਨਾ। ਲੇਕਿਨ ਕੋਈ ਐਸਾ ਕੰਮ ਹੋਵੇ ਜਿੱਥੇ ਸਟਾਰਟਿੰਗ ਵਿੱਚ ਵੀ ਲੜਾਈ ਪੈ ਜੇ ਤੇ ਐਂਡ ਵਿੱਚ ਵੀ ਲੜਾਈ ਪੈ ਜੇ, ਤਾਂ ਉਹ ਕੰਮ ਸਿਰੇ ਨਹੀਂ ਚੜ੍ਹਦਾ ਹੁੰਦਾ। ਹੁਣ ਇਹ ਚੀਜ਼ ਸਾਡੇ ਇਹਨਾਂ ਨੇ ਸਿੱਖੀ ਦੇ ਵਿੱਚ ਕਰ ਦਿੱਤੀ ਕਿ ਜਦੋਂ ਆਪਾਂ ਸਟਾਰਟਿੰਗ ਕਰਦੇ ਆ ਗੁਰੂ ਗ੍ਰੰਥ ਸਾਹਿਬ ਦੇ ਪਾਠ ਕਰਨ ਦੀ, ਉੱਥੇ ਵੀ ਲੜਾਈ ਪਾਤੀ, ਮੂਲ ਮੰਤਰ ਤੇ ਲੜਾਈ ਪਾਤੀ, ਮੂਲ ਮੰਤਰ ਤੋਂ ਵੀ ਸਟਾਰਟਿੰਗ ਵਿੱਚ ਹੁਣ ਇੱਕ ਓਂਕਾਰ ਤੇ ਲੜਾਈ ਪੈ ਗਈ। ਹੁਣ ਜਦੋਂ ਆਪਾਂ ਸਮਾਪਤੀ ਕਰਦੇ ਆ ਤਾਂ ਉੱਥੇ ਰਾਗਮਾਲਾ ਹੈ ਜਾਂ ਨਹੀਂ ਹੈ ਉਹਦਾ ਵੀ ਰੌਲਾ ਪੈ ਗਿਆ। ਮਤਲਬ ਜੇ ਸਿੱਖ ਨੇ ਪਾਠ ਸ਼ੁਰੂ ਕਰਨਾ ਉੱਥੇ ਵੀ ਲੜੇ, ਜੇ ਸਮਾਪਤ ਕਰਨਾ ਉੱਥੇ ਵੀ ਲੜੇ, ਤਾਂ ਇਹਨਾਂ ਲੋਕਾਂ ਦੀ ਮਨਸ਼ਾ ਕੀ ਹੋ ਸਕਦੀ ਹੈ? ਦੇਖੋ ਇਹ ਸਾਰਾ ਗਰੁੱਪ ਜਿਹੜਾ ਨਾ, ਮੈਂ ਤੁਹਾਨੂੰ ਕਹਿ ਰਿਹਾ ਸਾਰਾ ਜਿਹੜਾ ਗਰੁੱਪ ਹੈ ਮੋਸਟਲੀ ਇਹਨਾਂ ਵਿੱਚ ਜਿਹੜੇ ਮਨਸ਼ਾਗਤ ਨੀਤੀਗਤ ਨੇ, ਜਿਹੜੇ ਅਗਿਆਨਤਾਵਸ਼ ਚੱਲ ਰਹੇ ਨੇ, ਮੈਂ ਉਹਨਾਂ ਦੀ ਗੱਲ ਨਹੀਂ ਕਰਦਾ। ਕੁਝ ਤੇ ਫਾਲੋਅਰਸ ਨਾ ਇਹਨਾਂ ਦੇ ਅਗਿਆਨਤਾਵਸ਼ ਚੱਲ ਪਏ। ਜਿਹੜੇ ਨੀਤੀਗਤ ਤੌਰ ਤੇ ਚੱਲ ਰਹੇ ਨੇ ਉਹਨਾਂ ਨੇ ਇਹੀ ਕੰਮ ਕੀਤਾ ਹੈ ਕਿ ਉਹ ਕਹਿੰਦੇ ਨਾ ਵੀ ਕਿਸੇ ਨੂੰ ਪਕੜਨਾ ਹੋਏ ਤੇ ਉਹ ਤੇ ਸਭ ਤੋਂ ਪਹਿਲੇ ਉਹਦੇ ਪੈਰ ਬੰਨ੍ਹਦੇ ਨੇ ਤੇ ਫਿਰ ਮੁੰਡੀ ਦੇ ਕੱਪੜਾ ਪਾ ਦਿੰਦੇ ਨੇ। ਮੈਂ ਤਾਂ ਦੋਨੋਂ ਬੇਸਿਕ ਚੀਜ਼ਾਂ ਤੋਂ ਫੜ ਲਿਆ, ਉਹਨੂੰ ਲੱਤਾਂ ਵੀ ਫੜ ਲਿਆ ਤੇ ਉਹਨੂੰ ਫੜ ਲਿਆ। ਤੇ ਉਹਦਾ ਕੀ ਇਹਨਾਂ ਨੇ ਕੀ ਕੀਤਾ ਕਿ ਪਹਿਲਾਂ ਤੇ ਹਰਵੈਲਾ ਦੀ ਗੱਲ ਜਿਹੜੀ ਚੱਲਦੀ ਸੀਗੀ, ਚਲੋ ਉਹ ਇੱਕ ਡਿਫਰੈਂਟ ਸਬਜੈਕਟ ਹੈ, ਅਸੀਂ ਉਹਦੇ ਵਿੱਚ ਨਹੀਂ ਜਾਵਾਂਗੇ। ਉਹ ਤੋਂ ਬਾਅਦ ਕਹਿੰਦੇ ਸੀ, ਬੜਾ ਜ਼ੋਰ ਸ਼ੋਰ ਨਾਲ ਕਹਿੰਦੇ ਰਹੇ ਕਿ ਬਈ 1429 ਪੰਨੇ ਤੱਕ ਇੱਕੋ ਕਾਰ ਤੋਂ ਲੈ ਕੇ ਬੁਧਾਵਣੀ ਤੱਕ, ਹੁਣ ਇੱਕੋ ਕਾਰ ਤੋਂ ਸ਼ੁਰੂ ਹੋ ਗਏ ਬਈ ਇੱਕੋ ਕਾਰ ਗਲਤ ਹੈ। ਉਹਦੇ ਵਿੱਚ ਕਾਰ ਜਿਹੜੀ ਹੈ ਨਕਲੀ ਪਾਏਗੀ, ਫਿਕਟੀਸ਼ੀਅਸ ਪਾਏਗੀ। ਇਹ ਇਹਨਾਂ ਦੇ ਚੇਲੇ ਪ੍ਰਚਾਰ ਕਰ ਰਹੇ ਨੇ ਕੁਝ ਵਿੱਚ, ਠੀਕ ਹੈ ਨਾ। ਔਰ ਇੱਕੋ ਦੇ ਉਚਾਰਨ ਨੂੰ ਲੈ ਕੇ ਤੇ ਆਪ ਵੀ ਕਰ ਰਹੇ ਨੇ, ਉਚਾਰਨ ਗਲਤ ਹੈ ਜੀ। ਸੋ ਚੀਜ਼ ਨੇ ਮੂਲ ਨੂੰ ਹੀ ਹੱਥ ਪਾ ਲਿਆ, ਇਹ ਦਰਸਾਉਣ ਵਾਸਤੇ ਕੌਮ ਨੂੰ, ਇੰਟਾਇਰ ਸਿੱਖ ਡਾਇਸਪੋਰੇ ਨੂੰ, ਇੰਟਾਇਰ ਇੰਟੈਲੈਕਚੁਅਲਸ ਨੂੰ, ਸਾਰੀ ਸਾਡੀ ਗਰੁੱਪ ਮੈਮਰੀ ਨੂੰ, ਸਾਰੀ ਪੂਰੀ ਗਰੁੱਪ ਮੈਮਰੀ ਨੂੰ, ਜਿੱਥੋਂ ਅਸੀਂ ਸ਼ੁਰੂ ਹੋਏ ਆ 550 ਸਾਲ ਤੋਂ ਪਹਿਲਾਂ, 52 ਸਾਲ ਤੋਂ ਪਹਿਲਾਂ ਜੀ, ਉੱਥੋਂ ਤੋਂ ਲੈ ਕੇ ਹੁਣ ਤੱਕ ਸਾਡੀ ਸਾਰੀ ਜਿਹੜੀ ਚਾਲ ਹੈ, ਉਸ ਚਾਲ ਨੂੰ ਡਿਸਪਿਊਟਡ ਕਰਨ ਵਾਸਤੇ ਜੀ, ਉਸ ਸਾਰੀ ਜਿਸ ਰਸਤੇ ਤੁਸੀਂ ਆਏ ਆ ਉਸ ਸਾਰੇ ਰਸਤੇ ਨੂੰ ਡਿਸਪਿਊਟਡ ਕਰਨ ਵਾਸਤੇ, ਇਹ ਦਿਖਾਉਣ ਵਾਸਤੇ ਵੀ ਤੁਸੀਂ ਸਾਰੇ ਬੇਵਕੂਫ ਸੀਗੇ। ਤੁਸੀਂ ਤੇ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਸ਼ਬਦ ਇੱਕ ਓਂਕਾਰ ਦਾ ਤੇ ਉਚਾਰਨ ਵੀ ਨਹੀਂ ਜਾਣਦੇ, ਔਰ ਉਹਦਾ ਮਤਲਬ ਵੀ ਨਹੀਂ ਜਾਣਦੇ। ਹੁਣ ਮਤਲਬ ਤੇ ਅਸੀਂ ਕਹਿੰਦੇ ਆ ਵੀ ਮਤਲਬ ਤੇ ਆ ਕੇ ਤੁਸੀਂ ਕਰ ਲਓ ਵਿਚਾਰ, ਉੱਥੋਂ ਭਗੌੜੇ ਸਾਰੇ ਆ ਵਿਚਾਰ ਕਰਨ ਨੂੰ ਸਾਹਮਣੇ ਨਹੀਂ ਆਉਂਦੇ। ਬਹੁਤ ਵਾਰੀ ਲੋਕਾਂ ਨੂੰ ਕਿਹਾ ਗਿਆ ਹੋਇਆ, ਜੇ ਕਮੈਂਟ ਕੋਈ ਕਰਦਾ ਉਹਨਾਂ ਨੂੰ ਵੀ ਕਿਹਾ ਹੋਇਆ ਵੀ ਤੁਸੀਂ ਭਾਈ ਸਾਹਮਣੇ ਆਓ, ਜੇ ਕੋਈ ਉਦਾਂ ਫੋਨ ਕਰਦਾ ਉਹਨਾਂ ਨੂੰ ਵੀ ਕਹੀ ਜਾਈਦਾ ਵੀ ਤੁਸੀਂ ਭਾਈ ਸਾਹਮਣੇ ਆ ਕੇ ਗੱਲ ਕਰ ਲਓ। ਉਹ ਸਾਹਮਣੇ ਨਹੀਂ ਆਉਣਾ, ਸਿਰਫ ਪਿੱਛੋਂ ਚੁੰਡੀਆਂ ਵੱਢੀ ਜਾਣੀਆਂ ਨੇ। ਔਰ ਇੱਕ ਜਿਹੜਾ ਜ਼ਹਿਰ ਆ ਫਲਾਈ ਜਾਣਾ, ਵੀ ਜਿਵੇਂ ਕੋਈ ਬੰਦਾ ਝਾੜੀਆਂ ਵਿੱਚ ਜੰਗਲ ਦੇ ਵਿੱਚ ਜਾਂਦਾ, ਸੱਪ ਥੱਲੋਂ ਲੜ ਜਾਂਦਾ, ਪੈਰ ਨੂੰ ਤੇ ਬੰਦੇ ਦੀ ਮੌਤ ਹੋ ਜਾਂਦੀ। ਇਹ ਸੱਪ ਵਾਲਾ ਕੰਮ ਕਰ ਰਹੇ ਨੇ ਇਸ ਟਾਈਮ ਸਿੱਖਾਂ ਦੇ ਵਿੱਚ, ਵੀ ਪਤਾ ਵੀ ਨਾ ਲੱਗੇ ਵੀ ਜ਼ਹਿਰ ਕਿਹੜੇ ਵੇਲੇ ਫੈਲਾ ਦਿੱਤਾ ਅਸੀਂ ਸੁਸਾਇਟੀ ਦੇ ਵਿੱਚ, ਸਮਾਜ ਦੇ ਵਿੱਚ। ਉਦਾਂ ਅਸੀਂ ਮਾਡਰਨ ਆ, ਅਸੀਂ ਬੜੇ ਵਿਗਿਆਨੀ ਆ। ਸੋ ਹਰਦੇਵ ਜੀ, ਮੇਰਾ ਖਿਆਲ ਗੱਲ ਕਲੀਅਰ ਹੋ ਗਈ। ਜੇ ਤੁਸੀਂ ਆਪਣੇ ਵੱਲੋਂ ਕੁਝ ਕਹਿਣਾ ਚਾਹੁੰਦੇ ਹੋ ਤਾਂ ਕਹਿ ਸਕਦੇ ਹੋ, ਨਹੀਂ ਤਾਂ ਆਪਾਂ ਫਿਰ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਹੁਣ ਦੇਖੋ, ਬੜੀ ਇੱਕ ਅਜੀਬੋ-ਗਰੀਬ ਗੱਲ ਹੈ ਕਿ ਸਾਡੇ ਜਿਹਨਾਂ ਲੋਕਾਂ ਨੂੰ ਜਵਾਬ ਦੇਣਾ ਚਾਹੀਦਾ ਇਹਨਾਂ ਚੀਜ਼ਾਂ ਦਾ ਜੀ, ਜਿਨ੍ਹਾਂ ਪ੍ਰਚਾਰਕਾਂ ਨੂੰ, ਜਿਨ੍ਹਾਂ ਸੱਜਣਾਂ ਨੂੰ ਇਹਨਾਂ ਦਾ ਜਵਾਬ ਦੇਣਾ ਚਾਹੀਦਾ, ਉਹ ਇਸ ਬਾਰੇ ਚ ਖਾਮੋਸ਼ ਨੇ। ਕਿਉਂਕਿ ਕਿਤੇ ਨਾ ਕਿਤੇ ਉਹਨਾਂ ਵਿੱਚ ਵੀ ਐਸੇ ਬੰਦੇ ਹਨ, I don't want to name them, ਮੈਂ ਨਾਂ ਨਹੀਂ ਲੈਣਾ ਚਾਹੁੰਦਾ ਉਹਨਾਂ ਦਾ, ਉਹਨਾਂ ਵਿੱਚ ਵੀ ਐਸੇ ਹਨ ਜਿਨ੍ਹਾਂ ਨੇ ਜ਼ਹਿਰ ਫੈਲਾਉਣ ਵਿੱਚ ਆਪਣਾ ਜਿਹੜਾ ਯੋਗਦਾਨ ਪਾਇਆ। ਔਰ ਇੰਟੈਂਸ਼ਨ ਉਹਨਾਂ ਦੀ ਸ਼ਾਇਦ ਉਦੋਂ ਮਾੜੀ ਨਹੀਂ ਰਹੀ ਹੋਏਗੀ। ਇੰਟੈਂਸ਼ਨ ਇਹ ਰਹੀ ਹੋਏਗੀ ਕਿ ਅਸੀਂ ਵੱਡੀ ਗੱਲ ਕਰ ਰਹੇ ਹਾਂ, ਅਸੀਂ ਵੱਡੇ ਵਿਦਵਾਨ ਬਣੀਏ। ਲੇਕਿਨ ਹੁਣ ਚੁੱਕੀ ਗੱਲਾਂ ਫਲੇਅਰ ਹੋਈਆਂ ਐਸੀਆਂ, ਤੇ ਜਿਨ੍ਹਾਂ ਨੂੰ ਜਵਾਬ ਦੇਣਾ ਚਾਹੀਦਾ ਉਹ ਜਵਾਬ ਦਿੰਦੇ ਨਹੀਂ। ਜਿਹੜੇ ਇਸ ਔਰੇ ਚ ਵਿਚਰਦੇ ਨੇ ਉਹ ਜਵਾਬ ਦਿੰਦੇ ਨੇ, ਜਿਹੜੇ ਤੇ ਇਸ ਔਰੇ ਚ ਹੈ ਨਹੀਂ ਹੈ, ਇਸ ਮੈਸ ਦੇ ਵਿੱਚ ਹੈ ਹੀ ਨਹੀਂ, ਇਸ ਸੋਸ਼ਲ ਮੀਡੀਆ ਦੀ ਇਸ ਮੈਸ ਵਿੱਚ,
ਉਹ ਤੇ ਚਲੋ ਇਹਨੂੰ ਦਰਕਿਨਾਰ ਕਰਦੇ ਨੇ, ਔਰ ਇਹ ਉਹਨਾਂ ਦੀ ਬੜੀ ਸਿਆਣਪ ਹੈ। ਮੈਂ ਆਈ ਵਿਲ ਐਪਰੀਸ਼ੀਏਟ ਕਿ ਉਹਨਾਂ ਦੀ ਸਿਆਣਪ ਹੈ ਕਿ ਖਾਮਖਾਹ ਦੀ ਚੀਜ਼ਾਂ ਨੂੰ ਕਿਉਂ ਐਡਰੈਸ ਕਰਨਾ। ਜੀ ਜੀ ਜੀ, ਅਸੀਂ ਇਸ ਵਜ੍ਹਾ ਐਡਰੈਸ ਕਰ ਰਹੇ ਹਾਂ ਕਿਉਂਕਿ ਅਸੀਂ ਇਸ ਔਰੇ ਦੇ ਵਿੱਚ ਜਿਹੜਾ ਉਹ ਥੋੜਾ ਬਹੁਤ ਵਿਚਰਦੇ ਆ ਔਰ ਦੇਖ ਰਹੇ ਹਾਂ ਕਿ ਕੀ ਹੋ ਰਿਹਾ, ਤਾਂ ਕਿ ਇਸ ਔਰੇ ਵਿੱਚ ਜਿਹਨਾਂ ਨੂੰ ਨੌਜਵਾਨਾਂ ਨੂੰ ਜਿਹੜਾ ਉਹ ਮਿਸਗਾਈਡ ਨਾ ਕੀਤਾ ਜਾਏ, ਉਹਨਾਂ ਨੂੰ ਪ੍ਰੋਪਰ ਇਨਫੋਰਮੇਸ਼ਨ ਮਿਲੇ, ਤਸਵੀਰ ਦੇ ਦੋਨੋਂ ਪੱਖ ਮਿਲਣ, ਔਰ ਓਨਲੀ ਦੈਨ ਉਹ ਓਨੈਸਟਲੀ ਅਗਰ ਪੜ੍ਹੇ ਲਿਖੇ ਨੇ, ਅਗਰ ਉਹ ਯੂਨੀਵਰਸਿਟੀਆਂ ਵਿੱਚ ਪੜ੍ਹਨ ਜਾਂ ਕਾਲਜਾਂ ਵਿੱਚ ਪੜ੍ਹਨ ਜਾਂ ਉਹਨਾਂ ਨੂੰ ਦੁਨਿਆਵੀ ਕੋਈ ਸੂਝ ਸਮਝ ਹੈ, ਦੋਨੋਂ ਪੱਖਾਂ ਨੂੰ ਦੇਖ ਕੇ ਇਸ ਝੂਠ ਨੂੰ ਪਕੜਨ ਕਿ ਬਈ ਇਹ ਝੂਠ ਕਿੱਥੋਂ ਬੋਲਿਆ ਜਾ ਰਿਹਾ, ਕਿਸ ਕਾਰਨ ਬੋਲਿਆ ਜਾ ਰਿਹਾ। ਤੋ ਇਸ ਵਾਸਤੇ ਅਸੀਂ ਡਿਸਕਸ ਕਰਨੇ ਆ। ਅਦਰਵਾਈਜ਼ ਜਿਹੜੇ ਸਾਡੇ ਪ੍ਰਚਾਰਕ ਨੇ ਉਹ ਕਿਉਂਕਿ ਖੁਦ ਪਾਰਟਿਸਿਪੈਂਟਸ, ਉਹ ਖੁਦ ਰੂਟ ਕਾਜ਼ ਨੇ ਇਹਨਾਂ ਚੀਜ਼ਾਂ ਦਾ, ਇਸ ਕਰਕੇ ਖਾਮੋਸ਼ ਨੇ, ਇਸ ਕਰਕੇ ਚੁੱਪ ਨੇ। ਸੋ ਪ੍ਰੋਪਰ ਡਿਬੇਟ ਜਿਹੜੀ ਇਹ ਕਰਨੀ ਚਾਹੀਦੀ ਸੀ ਜਿਹਨਾਂ ਵੱਡੇ ਪ੍ਰਚਾਰਕਾਂ ਨੂੰ, ਉਹ ਖਾਮੋਸ਼ ਨੇ, ਔਰ ਇਸ ਕਰਕੇ ਇਹ ਜਦੋਜਹਿਦ ਥੋੜੀ ਬਹੁਤੀ ਇਹ ਜਿਹੜੀ ਕੋਸ਼ਿਸ਼ ਹੈ ਇਹ ਸਾਨੂੰ ਤੁਹਾਡੇ ਵਰਗੇ ਲੋਕਾਂ ਨੂੰ ਕਰਨੀ ਪੈਂਦੀ ਹੈ। ਸਰ ਬਹੁਤ ਬਹੁਤ ਧੰਨਵਾਦ ਤੁਹਾਡਾ। ਲੋਕ ਵੀ, ਦਰਸ਼ਕ ਵੀ, ਸੰਗਤ ਵੀ ਧਿਆਨ ਰੱਖੇ। ਅਕਸਰ ਨਾ ਕੁਝ ਲੋਕ ਜਾਣਬੁੱਝ ਕੇ ਗੱਲ ਕਹਿ ਦਿੰਦੇ ਨੇ ਵੀ ਇਹ ਬੇਲੋੜੇ ਵਿਵਾਦ ਨੇ, ਇਹਨਾਂ ਦੇ ਉੱਪਰ ਗੱਲ ਨਹੀਂ ਹੋਣੀ ਚਾਹੀਦੀ, ਕੀ ਫਾਇਦਾ ਇਹੋ ਜਿਹੀਆਂ ਚੀਜ਼ਾਂ ਉਭਾਰਨ ਦਾ। ਸਵਾਲ ਇਹ ਵੀ ਹੈ ਕਿ ਜੇ ਤੁਹਾਡੇ ਪਰਸਨਲ ਪ੍ਰਾਪਰਟੀ ਦੇ ਉੱਪਰ, ਤੁਹਾਡੇ ਘਰ ਦੇ ਮਸਲੇ ਦੇ ਉੱਪਰ ਕੋਈ ਬੰਦਾ ਕੋਈ ਖਲਾਰਾ ਪਾਵੇ ਆ ਕੇ, ਤਾਂ ਕੀ ਤੁਸੀਂ ਲੋਕ ਚੁੱਪ ਹੋ ਜਾਓਗੇ? ਇਹ ਕੌਮ ਨੂੰ ਜਾਂ ਸਿੱਖਾਂ ਨੂੰ ਜਾਂ ਗੁਰੂ ਸਾਹਿਬ ਦੀਆਂ ਚੀਜ਼ਾਂ ਨੂੰ ਸਮਝ ਕੀ ਰੱਖਿਆ? ਜੀ ਸਰ, ਮੈਂ ਇਹਦੇ ਵਿੱਚ ਇਹ ਗੱਲ ਕਹਾਂਗਾ ਕਿ ਇਹ ਕਰੈਕਟ ਹੈ। ਦੇਖੋ ਕੋਈ ਸਮਝਦਾਰ ਬੰਦਾ ਹੋਵੇਗਾ ਉਹ ਇਹ ਪੱਖ ਵੀ ਰੱਖੇਗਾ ਕਿ ਬਈ ਵਾਈ ਯੂ ਆਰ ਐਡਰੈਸਿੰਗ ਥੀਸ ਥਿੰਗਸ, ਬਈ ਤੁਸੀਂ ਇਹਨਾਂ ਚੀਜ਼ਾਂ ਨੂੰ ਐਡਰੈਸ ਕਿਉਂ ਕਰਦੇ ਹੋ। ਲੇਕਿਨ ਹੁਣ ਚੱਕਰ ਇਹ ਹੈ ਕਿ ਜਿਹੜਾ ਸੋਸ਼ਲ ਮੀਡੀਆ, ਇਹ ਬੱਚਾ ਕਿਸੇ ਜਾਂ ਯੰਗ ਮੈਨ ਕਿਸੇ ਦੀਵਾਨ ਵਿੱਚ ਨਹੀਂ ਜਾ ਰਿਹਾ, ਕਿਧਰੇ ਵੀ ਨਹੀਂ ਜਾ ਰਿਹਾ, ਉਹ ਆਪਣੇ ਘਰ ਬੈਠਾ, ਔਰ ਇਹ ਇਲੈਕਟ੍ਰੋਨਿਕ ਮੀਡੀਆ ਉਹਦੇ ਘਰ ਦੇ ਅੰਦਰ ਮੈਸੇਜ ਨੂੰ ਕਨਵੇ ਕਰ ਦਿੰਦਾ, ਇੱਕ ਸ਼ੋਸ਼ੇ ਨੂੰ ਉਹਦੇ ਮੋਬਾਈਲ ਤੱਕ ਪਹੁੰਚਾ ਦਿੰਦਾ, ਬਿਲਕੁਲ ਬਿਨਾਂ ਇਨਵੀਟੇਸ਼ਨ ਦੇ। ਸੋ ਉਸ ਜਿਹੜਾ ਫੀਲਡ ਹੈ ਥੋੜਾ ਬਹੁਤ ਉਹਨੂੰ ਐਡਰੈਸ ਕਰਨ ਵਾਸਤੇ ਕਈ ਵਾਰੀ ਇਹਨਾਂ ਬਾਰੇ ਗੱਲ ਕਰਨੀ ਵੀ ਪੈਂਦੀ, ਜਵਾਬ ਦੇਣੀ ਪੈਂਦੀ, ਜਵਾਬ ਦੇਣਾ ਵੀ ਪੈਂਦਾ, ਤਾਂ ਕਿ ਉਹ ਕਹਿੰਦੇ ਨਾ ਬਾਰ-ਬਾਰ ਬੋਲਿਆ ਗਿਆ ਝੂਠ ਕਈ ਵਾਰੀ ਸੱਚ ਬਣ ਜਾਂਦਾ। ਠੀਕ ਹੈ ਨਾ। ਉਸ ਵਾਸਤੇ ਇਹ ਜਿਹੜਾ ਐਫਰਟ ਅਸੀਂ ਕਰਦੇ ਹਾਂ, ਔਰ ਇਹ ਕਰਨਾ ਮੇਰੇ ਖਿਆਲ ਜ਼ਰੂਰੀ ਵੀ ਹੁੰਦਾ ਜੀ। ਸੋ ਮੈਂ ਵੀ ਗੱਲ ਕਰ ਰਿਹਾ ਸੀ ਕਿ ਕਈ ਨਾ ਲੋਕ ਹਰਦੇਵ ਜੀ ਕਹਿ ਦਿੰਦੇ ਨੇ ਕਿ ਰਾਤ ਵੀ ਕਿਸੇ ਦਾ ਫੋਨ ਆਇਆ ਸੀ, ਜਿਹੜੀ ਆਪਾਂ ਪਿੱਛੇ ਇੱਕ ਡਿਬੇਟ ਕੀਤੀ ਸੀ ਉਹਦੇ ਸੰਬੰਧ ਦੇ ਵਿੱਚ, ਇਹੋ ਜਿਹੀਆਂ ਚੀਜ਼ਾਂ ਨੂੰ ਤੁਹਾਨੂੰ ਕੀ ਲੋੜ ਆ ਕਰਨ ਦੀ। ਤਾਂ ਮੈਂ ਇੱਕ ਸਿੰਪਲ ਸਵਾਲ ਉਹਨਾਂ ਨੂੰ ਕਰਤਾ ਸੀ ਕਿ ਜੇ ਤੁਹਾਡੇ ਨਾਮ ਦੀ ਕੋਈ ਸਪੈਲਿੰਗ ਗਲਤ ਹੋ ਜੇ, ਮੰਨ ਲਓ ਕਿਸੇ ਦਾ ਨਾਮ ਜਸਪ੍ਰੀਤ ਹੈ, ਜਸਪ੍ਰੀਤ PREE ਨਾਲ ਵੀ ਲਿਖਿਆ ਜਾਂਦਾ, PI ਨਾਲ ਵੀ ਲਿਖਿਆ ਜਾਂਦਾ ਹੈ। ਹੁਣ ਮੈਂ ਕਿਹਾ ਵੀ ਜੇ ਤੁਹਾਡੇ ਕੁਝ ਡਾਕੂਮੈਂਟਸ ਦੇ ਵਿੱਚ I ਪੈ ਜਾਏ, ਕਿਤੇ EE ਪੈ ਜਾਏ, ਤੁਸੀਂ ਸਹੀ ਕਰਾਓਗੇ ਜਾਂ ਨਹੀਂ ਕਰਾਓਗੇ? ਕਹਿੰਦੇ ਵੀ ਕਰਾਵਾਂਗੇ। ਮੈਂ ਕਿਹਾ ਵੀ ਹੁਣ ਫਿਰ ਜੇ ਸਿੱਖੀ ਦੇ ਵਿੱਚ ਭੁਲੇਖੇ ਪੈ ਰਹੇ ਤਾਂ ਅਸੀਂ ਕਿਉਂ ਨਾ ਇਹਨਾਂ ਦੇ ਉੱਪਰ ਗੱਲ ਕਰੀਏ? ਤੁਸੀਂ ਆਪਣੇ ਨਾਮ ਨੂੰ ਸਹੀ ਕਰਾਉਣ ਲਈ ਤਾਂ ਬੜੇ ਦਿਨ ਰਾਤ ਪੱਪਾਂ ਭਾਰ ਹੋ ਜਾਂਦੇ ਹੋ, ਪੈਸੇ ਵੀ ਦਿੰਦੇ ਹੋ, ਰਿਸ਼ਵਤਾਂ ਵੀ ਦਿੰਦੇ ਹੋ, ਮਿੰਨਤਾਂ ਤਰਲੇ ਵੀ ਕਰਦੇ ਹੋ ਅਫਸਰਾਂ ਦੇ ਜਾ ਕੇ, ਧੱਕੇ ਵੀ ਖਾਂਦੇ ਹੋ, ਕਿਉਂਕਿ ਉਹ ਤੁਹਾਡੀ ਪਰਸਨਲ ਚੀਜ਼ ਹੈ। ਲੇਕਿਨ ਜਦੋਂ ਸਿੱਖੀਜ਼ਮ ਦੀ ਸਾਂਝੀ ਗੱਲ ਆ ਜਾਂਦੀ ਹੈ, ਉੱਥੇ ਬੰਦਾ ਕਹਿੰਦਾ ਵੀ ਇਹ ਚੀਜ਼ਾਂ ਦੇ ਜਿਹੜੀ ਬੇਲੋੜੇ ਵਿਵਾਦ ਨੇ, ਇਹ ਬੇਲੋੜੇ ਵਿਵਾਦ ਪੈਦਾ ਕੀਤੇ ਜਾ ਰਹੇ ਨੇ। ਸਿੱਖੀ ਦੇ ਵਿੱਚ ਮਿਲਗੋਭਾ ਮਿਲਾਵਟ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਵਾਇਰਸ ਨੂੰ, ਇਸ ਭਕਾਈ ਗੈਂਗ ਨੂੰ ਪਰੇ ਧੱਕਣਾ ਪਏਗਾ ਟਾਈਮ ਰਹਿੰਦੇ, ਕਿਉਂਕਿ ਜੇ ਜ਼ਿਆਦਾ ਚੀਜ਼ਾਂ ਵੱਧ ਜਾਣ ਤਾਂ ਇਹ ਫਿਰ ਜ਼ਿਆਦਾ ਨੁਕਸਾਨ ਕਰਦੀਆਂ ਨੇ। ਇਸ ਕਰਕੇ ਕਿਸੇ ਵੀ ਚੀਜ਼ ਦੀ ਅੱਤ ਜਿਹੜੀ ਹੈ ਮਾੜੀ ਹੁੰਦੀ ਹੈ। ਸੋ ਇਹ ਜਿਹੜੀ ਅੱਤ ਚੱਕ ਰਹੇ ਨੇ ਜਾਂ ਕਿਸੇ ਵੀ ਚੀਜ਼ ਦੀ ਮਾੜੀ ਆਦਤ ਜਿਹੜੀ ਸਾਨੂੰ ਲੋਕਾਂ ਨੂੰ ਵੀ ਨਹੀਂ ਪਾਉਣੀ ਚਾਹੀਦੀ, ਐਕਸੈਪਟ ਨਹੀਂ ਕਰਨਾ ਚਾਹੀਦਾ ਇਹੋ ਜਿਹੇ ਲੋਕਾਂ ਨੂੰ। ਕਈ ਵਾਰੀ ਆਪਾਂ ਸਿੰਪਲ ਘਰਾਂ ਦੇ ਵਿੱਚ ਚਾਹ ਪੀਂਦੇ ਹਾਂ, ਹੁਣ ਕਈ ਲੋਕਾਂ ਨੂੰ ਚਾਹ ਪੀਣ ਦੀ ਐਸੀ ਲੱਤ ਲੱਗ ਜਾਂਦੀ ਕਿ ਉਹਨਾਂ ਦੀ ਬਿਮਾਰੀ ਬਣ ਜਾਂਦੀ ਹੈ। ਔਰ ਜਿਸ ਲਹਿਜੇ ਵਿੱਚ, ਜਿਸ ਸੰਦਰਭ ਦੇ ਵਿੱਚ ਗੁਰੂ ਸਾਹਿਬ ਨੇ ਗੱਲਾਂ ਕਹੀਆਂ ਸੀ, ਉਸ ਲਹਿਜੇ ਨੂੰ ਹੀ ਅਸੀਂ ਪ੍ਰਚਾਰਾਂਗੇ ਤਾਂ ਸਾਡੇ ਵਿੱਚ ਭੁਲੇਖੇ ਨਹੀਂ ਰਹਿਣਗੇ। ਹੁਣ ਕਿੰਨੇ ਭੁਲੇਖੇ ਪੈ ਗਏ ਨੇ, ਹਰ ਇੱਕ ਕੌਮ ਜਿਹੜੀ ਸਾਡਾ ਜਿਹੜਾ ਮਾਫ ਕਰਨਾ, ਹਰ ਇੱਕ ਕੌਮ ਨੇ ਸਾਡੀ, ਅਸੀਂ ਖਾਸ ਕਰਕੇ ਆਪਣੀ ਕੌਮ ਦੀ ਗੱਲ ਕਰਦੇ ਹਾਂ, ਕਿੰਨੇ ਗਰੁੱਪ ਬਣੇ ਹੋਏ ਨੇ, ਕਿੰਨੀਆਂ ਜਥੇਬੰਦੀਆਂ ਨੇ, ਕਿੰਨਾ ਕੁਛ ਇੱਥੇ ਖਲਾਰਾ ਪਿਆ ਹੋਇਆ। ਇਹ ਕਿਉਂ ਪਿਆ ਹੋਇਆ? ਕਿਉਂਕਿ ਸਾਡੇ ਵਿੱਚ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਮੇਨ ਗੱਲ ਸੀ ਉਹ ਮਨਫੀ ਕਰ ਦਿੱਤੀ ਗਈ ਹੈ। ਹਰ ਇੱਕ ਬੰਦੇ ਨੇ ਆਪਣਾ ਸਿਸਟਮ ਬਣਾ ਲਿਆ ਕਿ ਮੈਂ ਜੋ ਕਹਿ ਰਿਹਾ ਉਹੀ ਠੀਕ ਆ, ਔਰ ਜੋ ਗੁਰੂ ਸਾਹਿਬ ਕਹਿ ਰਹੇ ਨੇ ਉਹਦੇ ਵੱਲੋਂ ਅਸੀਂ ਪਿੱਠ ਕਰ ਲਈ ਜੀ। ਕੁਝ ਕਹਿੰਦੇ ਨੇ ਇਹ ਜਿਹੜੇ ਝੰਡਾ ਬਰਦਾਰ ਨਾ ਕਹਿੰਦੇ ਨੇ ਕਿ ਤੁਸੀਂ ਦੇਖ ਲਓ ਸਾਰਿਆਂ ਨੂੰ, ਨਾਟ ਆਲ ਬਟ ਮੈਕਸਿਮਮ ਨੂੰ ਤੁਸੀਂ ਦੇਖ ਲਓ, ਕਿ ਕਹਿੰਦੇ ਨੇ ਕਿ ਗੁਰੂ ਸਾਹਿਬ ਸਾਰੀ ਮਨੁੱਖਤਾ ਨੂੰ ਇੱਕ ਕਲਾਵੇ ਵਿੱਚ ਲੈਣਾ ਚਾਹੁੰਦੇ ਸੀ ਜੀ। ਠੀਕ ਹੈ ਨਾ। ਇਹ ਸਾਰੀ ਮਨੁੱਖਤਾ ਨੂੰ ਕਲਾਵੇ ਦੇ ਵਿੱਚ ਲੈਣ ਦੇ ਜਿਹੜੇ ਝੰਡਾ ਬਰਦਾਰ ਬਣੇ ਨੇ ਜੀ, ਜਿਤਨੇ ਗਰੁੱਪ ਇਹਨਾਂ ਦੇ ਨੇ ਆਪੇ ਚ, ਕਿਤਨੇ ਗਰੁੱਪ ਕਿਸੇ ਕੌਮ ਵਿੱਚ ਨਹੀਂ ਹੋਣੇ। ਸਹੀ ਗੱਲ। ਆਪ ਫਿਰਕੇ
ਆਪ ਥਾਂ ਘਰੋਂ ਘਰੀ ਸ਼ਹਿਰ ਫਿਰਕੇ ਬਣਾ ਕੇ ਬੈਠੇ ਨੇ। ਬਿਲਕੁਲ ਸਹੀ ਗੱਲ ਹੈ। ਆਪਣੇ ਗਰੁੱਪਸ ਬਣਾ ਕੇ ਬੈਠੇ ਨੇ, ਇੱਕ ਦੂਜੇ ਨੂੰ ਗਾਲਾਂ ਕੱਢਣਾ, ਇੱਕ ਦੂਜੇ ਨੂੰ ਕੋਸਣਾ, ਇੱਕ ਦੂਜੇ ਦੀ ਆਲੋਚਨਾ ਕਰਨੀ ਜੀ। ਔਰ ਫਿਰ ਜਿਹੜੇ ਦੂਸਰਾ ਕੋਈ ਗੱਲ ਕਰੇ ਉਹਲੇ ਕਹਿੰਦੇ ਨਹੀਂ ਜੀ, ਜਿਸੇ ਅਸੀਂ ਕਹਿੰਦੇ ਵੀ ਸਿੱਖ ਇੱਕ ਜਥੇਬੰਦ ਜਿਹੜਾ ਕੌਮ ਜਿਹੜੀ ਹੈ ਗੁਰੂ ਸਾਹਿਬ ਨੇ ਤਿਆਰ ਕੀਤੀ, ਕਹਿੰਦੇ ਨਹੀਂ। ਤੇ ਕੌਮ ਦੇ ਅੰਦਰ ਇਹ ਆਪਣੀਆਂ ਵੱਖ-ਵੱਖ ਜਥੇਬੰਦੀਆਂ ਬਣਾ ਕੇ ਬੈਠੇ, ਆਪਣਾ ਸਾਰਾ ਕੁਝ ਦਾਵਾ ਕਰਦੇ ਨੇ ਕਿ ਅਸੀਂ ਸਾਰੀ ਮਨੁੱਖਤਾ ਨੂੰ ਕਲਾਵੇ ਚ ਲੈਣਗੇ। ਆਪੂ ਜ਼ਬਰਦਸਤ ਫਿਰਕੇਬਾਜ਼ ਨੇ, ਕੱਟੜਵਾਦੀ ਫਿਰਕੇਬਾਜ਼। ਜੀ 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 ਜੀ। ਸੋ ਇਹ ਸਾਰੀ ਗੱਲ ਜਿਹੜੀ ਆ ਜਾਂਦੀ ਨਾ, ਗੁਰੂ ਸਾਹਿਬ ਨੇ ਕਿਹਾ ਕਿ ਹਉਮੈ ਦੀਰਘ ਰੋਗ ਹੈ, ਸਾਰੀ ਗੱਲ ਹੰਕਾਰ ਦੇ ਉੱਪਰ ਆ ਜਾਂਦੀ, ਲਾਲਚ ਦੇ ਉੱਪਰ ਆ ਕੇ ਟਿਕਦੀ ਆ। ਇਹਨਾਂ ਦੇ ਕੋਲ ਲਾਲਚ ਵੀ, ਇਹਨਾਂ ਦੇ ਕੋਲ ਹੰਕਾਰ ਵੀ ਆ, ਦੋਵੇਂ ਚੀਜ਼ਾਂ ਇਹਨਾਂ ਨੂੰ ਇਕੱਠੇ ਨਹੀਂ ਹੋਣ ਦੇ ਰਹੀਆਂ। ਹੰਕਾਰ ਤੇ ਜਿਹੜਾ ਪੈਸੇ ਦਾ ਲਾਲਚ ਆ, ਐਸ਼ ਪ੍ਰਸਤੀ। ਕਿਤਨੀ ਅਜੀਬੋ ਗਰੀਬ ਗੱਲ ਹੈ ਜੀ। ਔਰ ਕਿ ਆਪ ਫਿਰਕਾ ਬਣਾ ਕੇ ਜੀ ਤੇ ਦੂਸਰੇ ਨੂੰ ਕਹਿੰਦੇ ਨੇ ਕਿ ਦੇਖੋ ਜੀ ਕੌਮਾਂ ਵੀ ਫਿਰਕੇ ਬਣੇ ਨੇ, ਫਿਰਕਿਆਂ ਦੇ ਹੱਕ ਵਿੱਚ ਨਹੀਂ ਸੀ ਗੁਰੂ ਸਾਹਿਬ, ਔਰ ਖੁਦ ਫਿਰਕਾ ਬਣਾਇਆ ਦਾ, ਖੁਦ ਬੈਠੇ ਹੁੰਦੇ ਆ। ਸਹੀ ਗੱਲ ਆ। ਚਲੋ ਹਰਦੇਵ ਜੀ, ਤੁਸੀਂ ਸਮਾਂ ਦਿੱਤਾ, ਡਿਸਕਸ਼ਨ ਵਧੀਆ ਹੋਈ ਹੈ। ਔਰ ਸੰਗਤ ਨੂੰ ਇਸ ਚੀਜ਼ ਵੱਲ ਧਿਆਨ ਦੇਣਾ ਚਾਹੀਦਾ ਕਿ ਜਿਹੜਾ ਇੱਕ ਓੰਕਾਰ ਦਾ ਮੂਲ ਸਰੂਪ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਔਰ ਪੁਰਾਤਨ ਬੀੜਾਂ ਦੇ ਵਿੱਚ, ਤੁਸੀਂ ਸਕਰੀਨ ਤੇ ਦੇਖ ਲਿਆ, ਦੁਬਾਰਾ ਫਿਰ ਤੁਸੀਂ ਦੇਖ ਸਕਦੇ ਹੋ ਵੀ ਪੁਰਾਤਨ ਜਿਹੜੇ ਸਰੂਪ ਨੇ ਉਹਨਾਂ ਦੇ ਵਿੱਚ ਇੱਕ ਓੰਕਾਰ ਦੇ ਨਾਲ ਕਾਰ ਲੱਗੀ ਹੋਈ ਆ। ਔਰ ਜਿਹੜਾ ਹੁਣ ਭਕਾਈ ਗੈਂਗ ਆ, ਇਹ ਨਵੀਂ ਭਕਾਈ ਮਾਰਨ ਤੇ ਆਇਆ ਹੋਇਆ ਵੀ ਇੱਕ ਓੰਕਾਰ ਦੇ ਨਾਲ ਜਿਹੜੀ ਕਾਰ ਲੱਗੀ ਹੋਈ ਆ ਇਹ ਗਲਤ ਲਾ ਦਿੱਤੀ ਗਈ ਆ, ਨਕਲੀ ਕਾਰ ਆ, ਕਿਸੇ ਨੇ ਬਾਅਦ ਦੇ ਵਿੱਚੋਂ ਆ ਕੇ ਮਿਲਾਵਟ ਕਰ ਦਿੱਤੀ ਆ। ਸੋ ਅਜਿਹੇ ਲੋਕਾਂ ਤੋਂ ਜੀ ਤੁਸੀਂ, ਮੈਂ ਇੱਕ ਲਾਸਟ ਲਫ਼ਜ਼ ਕਹਿ ਲਵਾਂ, ਤੁਹਾਡੀ ਗੱਲ ਤੋਂ ਮੈਨੂੰ ਖਿਆਲ ਆ ਗਿਆ ਕਿ ਅਸੀਂ ਅੱਜ ਸੂਰਜ ਨੂੰ ਸੂਰਜ ਕਹਿੰਦੇ ਆ, ਚੰਨ ਨੂੰ ਚੰਦ ਕਹਿੰਦੇ ਆ, ਧਰਤੀ ਨੂੰ ਧਰਤੀ ਕਹਿੰਦੇ ਆ। ਜੀ ਜੀ ਜੀ, ਠੀਕ ਹੈ ਨਾ, ਅਸੀਂ ਕਹਿੰਦੇ ਆ। ਤੇ ਇਹ ਕਦੋਂ ਤੋਂ ਕਿਹਾ ਜਾ ਰਿਹਾ? ਬਿਲਕੁਲ, ਇਹ ਨਸਲੇ ਇਨਸਾਨੀ ਦੀ ਬੜੀ ਲੰਬੀ ਹਿਸਟਰੀ ਦੇ ਵਿੱਚ ਗੱਲਾਂ ਚੱਲ ਰਹੀਆਂ ਪਈਆਂ। ਜਦੋਂ ਤੋਂ ਬੰਦੇ ਨੇ ਬੋਲਣਾ ਸਿੱਖਿਆ ਹੋਗਾ ਉਦੋਂ ਤੋਂ। ਹਾਂਜੀ ਹਾਂਜੀ, ਇਸ ਤਰ੍ਹਾਂ ਹੀ ਸਾਡੀ ਕੌਮ ਦੀ ਹਿਸਟਰੀ ਵਿੱਚ ਜਿਹੜਾ ਇੱਕ ਓਂਕਾਰ ਦਾ ਉਚਾਰਨ ਹੈ ਉਹ ਅੱਜ ਦਾ ਥੋੜੀ ਹੈ ਜੀ। ਇਹ ਸੈਂਸ ਗੁਰੂ ਮਹਾਰਾਜ ਦੇ ਸਮੇਂ ਤੋਂ ਹੈ। ਜੀ ਜੀ ਜੀ, ਭਾਈ ਗੁਰਦਾਸ ਸਿੰਘ ਨੇ ਉਸ ਤਰ੍ਹਾਂ ਹੀ ਲਿਖਿਆ ਜੀ। ਸੋ ਅੱਜ ਆ ਕੇ ਕੋਈ ਕਿੰਤੂ ਕਰ ਲੱਪੇ ਵੀ ਧਰਤੀ ਨੂੰ ਧਰਤੀ ਕਿਉਂ ਕਹਿਣਾ, ਸੂਰਜ ਨੂੰ ਸੂਰਜ ਕਿਉਂ ਕਹਿਣਾ, ਕਿੰਨੇ ਕਿਹਾ? ਇਹ ਤੇ ਕਿਸੇ ਨੇ ਐਵੇਂ ਨਾਂ ਰੱਖ ਦਿੱਤਾ, ਚਾਲ ਹੈ। ਇਹ ਤੇ ਡਿਸਟੋਰਟ ਕਰ। ਬਿਲਕੁਲ, ਪਾਣੀ ਆ, ਪਾਣੀ ਨਹੀਂ ਆਪਾਂ ਪੀਂਦੇ ਆ, ਪਾਣੀ ਨੂੰ ਪਾਣੀ ਕਿਉਂ ਕਹਿਣਾ ਜੀ, ਦੱਸੋ? ਪਾਣੀ ਨੂੰ ਕਿਉਂ ਕਹਿਣਾ? ਪਾਣੀ ਦੇ ਬਜਾਏ ਇਹਨੂੰ ਕੋਈ ਟਮਾਟਰ ਨੂੰ ਟਮਾਟਰ ਕਿਉਂ ਕਹਿਣਾ? ਕੁੱਤੇ ਨੂੰ ਕੁੱਤਾ ਕਿਉਂ ਕਹਿਣਾ? ਬਿਲਕੁਲ, ਕੁੱਤੇ ਨੂੰ ਗਾਂ ਕਿਉਂ ਨਹੀਂ ਕਹਿਣਾ? ਗਾਂ ਨੂੰ ਕੁੱਤਾ ਕਿਉਂ ਨਹੀਂ ਕਹਿਣਾ? ਸੋ ਇਹ ਬੇਵਕੂਫੀ ਵਾਲੀਆਂ ਗੱਲਾਂ, ਨੌਨਸੈਂਸ ਗੱਲਾਂ। ਉਹ ਜਿਹੜੀ ਪਿਛਲੀ ਵਾਰ ਵੀ ਆਪਾਂ ਗੱਲ ਕੀਤੀ ਸੀ ਕਿ ਜਦੋਂ ਵਿਦਵਤਾ ਜ਼ਿਆਦਾ ਚੜ ਜਾਏ ਤਾਂ ਫਿਰ ਬੰਦਾ ਪਾਗਲ ਹੋ ਜਾਂਦਾ ਆ। ਹੁਣ ਇਹਨਾਂ ਨੂੰ ਵਿਦਵਤਾ ਜ਼ਿਆਦਾ ਚੜ ਗਈ ਆ, ਹੁਣ ਕੰਮ ਤਾਂ ਕੋਈ ਹੈ ਨਹੀਂ, ਮੋਸਟਲੀ ਲੋਕ ਵਿਹਲੇ ਨੇ, ਬੇਰੋਜ਼ਗਾਰ ਫਿਰਦੇ ਨੇ, ਤਾਂ ਇਹੀ ਚੀਜ਼ਾਂ ਦੇ ਉੱਪਰ ਇਹਨਾਂ ਦੀ ਖੱਟੀ ਕਮਾਈ ਪਤਾ ਨਹੀਂ ਕਿਸ ਪਾਸੋਂ ਕੋਈ ਨਾ ਕੋਈ ਚੱਲਦੀ ਹੋਊਗੀ ਇਹਨਾਂ ਦੀ। ਫਿਰਕੇ ਕਾਇਮ, ਇਹਨਾਂ ਨੇ ਫਿਰਕੇ ਬਣਾ ਲਏ ਨਾ, ਆਪਣੇ ਫਿਰਕੇ ਬਣਾ ਲਏ, ਉਹਨਾਂ ਫਿਰਕਿਆਂ ਦੇ ਚੌਧਰੀ ਬਣ ਗਏ। ਔਰ ਫਿਰਕਿਆਂ ਨੂੰ ਫਿਰਕਿਆਂ ਚੋਂ ਮਾਲ ਆ ਰਿਹਾ। ਬਿਲਕੁਲ ਸਹੀ ਗੱਲ ਆ ਜੀ, ਪੈਸਾ ਆ ਰਿਹਾ। ਬਿਲਕੁਲ, ਪਿਛਲੀ ਅਸੀਂ ਡਿਬੇਟ ਵਿੱਚ ਗੱਲ ਕੀਤੀ ਸੀ ਕਿ ਪੈਸੇ ਦੀ ਗੱਲ ਬਿਲਕੁਲ ਨਹੀਂ ਕਰਨੀ, ਪੈਸੇ ਦੀ ਨਹੀਂ ਕਰਨੀ। ਲੋਕਾਂ ਨੂੰ ਇਹ ਨਹੀਂ ਦੱਸਣਾ ਕਿ ਪੈਸਾ ਇਸ ਦੁਨੀਆ ਦੇ ਵਿੱਚ ਬੇੜਾ ਗਰਕ ਕਰਨ ਵਾਲਾ ਸਭ ਤੋਂ ਜਿਹੜੀ ਵੱਡੀ ਤਾਕਤ ਹੈ ਪੈਸਾ, ਜਿਹਨੇ ਇਸ ਦੁਨੀਆ ਦਾ ਬਹੁਤ ਵੱਡਾ ਬੇੜਾ ਗਰਕ ਕੀਤਾ। ਇਹ ਕਹਿੰਦੇ ਨਹੀਂ, ਪੈਸੇ ਦੀ ਗੱਲ ਨਾ ਕਰੋ, ਗੱਲ ਧਰਮ ਦੀ ਕਰੋ। ਔਰ ਆਪੂ ਫਿਰਕਾ ਬਣਾ ਲਓ ਇੱਕ ਨਵਾਂ, ਕਿਸੇ ਵੀ ਰੂਪ ਵਿੱਚ ਬਣਾ ਲਓ। ਠੀਕ ਹੈ ਸਰ, ਮਿਹਰਬਾਨੀ, ਤੁਹਾਡੀ ਸਮਾਂ ਦਿੱਤਾ। ਸੰਗਤ ਦੇ ਸਾਹਮਣੇ ਸਾਰੀ ਡਿਬੇਟ ਆ ਚੁੱਕੀ ਆ। ਜਿਹੜੇ ਲੋਕ ਵੀ ਇਹੋ ਜਿਹੀਆਂ ਗੱਲਾਂ ਕਰਦੇ ਨੇ ਉਹਨਾਂ ਨੂੰ ਆਪਣੇ ਤੌਰ ਤੇ ਵੀ ਤੁਸੀਂ ਜਵਾਬ ਦੇ ਸਕਦੇ ਹੋ। ਔਰ ਸਮਾਂ ਰਹਿੰਦੇ ਸੁਚੇਤ ਰਹੋ, ਅਲਰਟ ਰਹੋ, ਤਾਂ ਕਿ ਇਹੋ ਜਿਹੇ ਲੋਕ ਸਾਡੇ ਘਰਾਂ ਤੱਕ, ਸਾਡੇ ਦਿਮਾਗ ਤੱਕ ਨਾ ਕੈਪਚਰ, ਸਾਨੂੰ ਪ੍ਰਭਾਵਿਤ ਨਾ ਕਰ ਲੈਣ, ਸਾਡੀ ਆਉਣ ਵਾਲੀਆਂ ਨਸਲਾਂ ਨੂੰ। ਔਰ ਇਹਨਾਂ ਦਾ ਜਵਾਬ ਸਮਾਂ ਰਹਿੰਦੇ ਦੇਣਾ ਚਾਹੀਦਾ ਸੀ। ਇਹ ਗੱਲਾਂ ਨਹੀਂ ਕਹਿਣੀਆਂ ਚਾਹੀਦੀਆਂ ਵੀ ਇਹੋ ਜਿਹੀਆਂ ਬਹਿਸਾਂ, ਡਿਬੇਟਾਂ ਕਰਨ ਦਾ ਕੋਈ ਫਾਇਦਾ ਨਹੀਂ, ਇਹ ਲੋੜ ਆ। ਮੈਂ ਪਹਿਲਾਂ ਵੀ ਗੱਲ ਕੀਤੀ, ਤੁਹਾਡਾ ਜੇ ਆਪਣਾ ਨਾਮ ਦੀ ਗਲਤ ਹੋ ਜਾਏਗਾ ਨਾ, ਤੁਸੀਂ ਪੱਬਾਂ ਭਾਰ ਹੋ ਕੇ ਪੈਸੇ ਦੇ ਕੇ ਅਫਸਰਾਂ ਦੇ ਮਿੰਨਤਾਂ ਤਰਲੇ ਕਰਕੇ ਵੀ ਉਹਨੂੰ ਸਹੀ ਕਰਵਾਓਗੇ। ਹੁਣ ਇਹ ਜੇ ਗੁਰੂ ਸਾਹਿਬ ਦੇ ਸਿਧਾਂਤ ਦੇ ਉੱਪਰ ਗੱਲ ਆ ਰਹੀ ਹੈ ਤਾਂ ਇਹਦੇ ਉੱਪਰ ਸਾਨੂੰ ਗੱਲ ਕਰਨਾ ਬੇਲੋੜਾ ਕਿਉਂ ਲੱਗਦਾ ਹੈ? ਇਹ ਇਸ ਚੀਜ਼ ਤੋਂ ਇੱਕ ਹੋਰ ਗਰੁੱਪ ਹੈ ਜਿਹਨੂੰ ਬੇਲੋੜਾ ਲੱਗਦਾ ਜੀ, ਇੱਕ ਹੋਰ ਗਰੁੱਪ ਹੈ ਜਿਹਨੂੰ ਬੇਲੋੜਾ ਲੱਗਦਾ, ਜਿਸ ਲਈ ਉਹ ਗਰੁੱਪ ਦੇਖਦਾ ਨਾ ਕਿ ਬਈ ਇਹ ਗੱਲ ਜਿਹੜੀ ਅਸੀਂ ਫੈਲਾਈ ਸੀ, ਇਹ ਤੇ ਜਿਹਨੂੰ ਅਸੀਂ ਪਸੰਦ ਕਰਨੇ ਆ, ਉਸ ਬੰਦੇ ਨੇ ਜਿਹੜੀ ਗੱਲ ਫੈਲਾਈ ਸੀ ਉਹ ਤੇ ਗੱਲ ਦਾ ਤੇ ਜਰਾ ਪਟਾਰਾ ਖੁੱਲ ਗਿਆ। ਤੇ ਜਿਹੜੇ ਪਟਾਰਾ ਖੁੱਲ ਜਾਂਦਾ ਉਹ ਝੱਟ ਵਿੱਚ ਆ ਕੇ ਕਮੈਂਟ ਕਰ ਦਿੰਦੇ ਨੇ, ਉਹ ਜਨਾਬ ਇਹਨਾਂ ਗੱਲਾਂ ਤੇ ਗੱਲਾਂ ਨਾ ਕਰੋ। ਹਾਂ, ਬਿਲਕੁਲ ਬਿਲਕੁਲ ਬਿਲਕੁਲ। ਇਹ ਵੀ ਦੂਜੇ ਪਾਸੇ ਬਿਲਕੁਲ ਖਾਮੋਸ਼ ਰਹਿੰਦੇ ਨੇ, ਇਹ ਵੀ ਗੱਲ ਸਹੀ, ਦੂਜੇ ਪਾਸੇ ਨੂੰ ਬਿਲਕੁਲ ਨਸੀਹਤ ਨਹੀਂ ਦਿੰਦੇ। ਬਿਲਕੁਲ ਬਿਲਕੁਲ ਬਿਲਕੁਲ।
ਹਾਂ ਚਲੋ ਠੀਕ ਹੈ ਹਰਦੇਵ ਜੀ, ਧੰਨਵਾਦ। ਸੰਗਤ ਦਾ ਵੀ ਧੰਨਵਾਦ ਜਿਨ੍ਹਾਂ ਨੇ ਸਮਾਂ ਕੱਢ ਕੇ ਸਾਨੂੰ ਸੁਣਿਆ, ਔਰ ਤੁਹਾਡੀ ਰਾਏ ਕੀ ਆ ਤੁਸੀਂ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ, ਤਾਂ ਕਿ ਇੱਕ ਜਿਹੜੀ ਕੰਟੀਨਿਊਟੀ ਹੈਗੀ ਹੈ ਜਾਂ ਹੋਰ ਵੀ ਕੋਈ ਮਸਲੇ ਹੁੰਦੇ ਆ ਡਿਸਕਸ ਕਰਨ ਵਾਲੇ, ਤਾਂ ਉਹ ਵੀ ਸਾਡੇ ਧਿਆਨ ਦੇ ਵਿੱਚ ਲੈ ਜਾਣ, ਜਿਨ੍ਹਾਂ ਦੇ ਉੱਪਰ ਆਪਾਂ ਚੰਗੇ ਵਿਦਵਾਨਾਂ ਦੇ ਨਾਲ ਬੈਠ ਕੇ ਵਿਚਾਰ ਕਰ ਸਕਦੇ ਹਾਂ, ਚੰਗੀ ਡਿਬੇਟ ਕਰ ਸਕਦੇ ਹਾਂ। ਸਾਨੂੰ ਦਿਓ ਇਜਾਜ਼ਤ, ਧੰਨਵਾਦ। ਵਾਹਿਗੁਰੂ ਜੀ ਖਾਲਸਾ।